आप लिहो तुम कथा सुधारी। सतनाम श्री वाहिगुरु साहिब जी। दोए घटी लग बैठे रहे, इत्यादिक सुन अर बहु कहे। धीरज दीन चरण छुटकावत, नह छोरत पुन पुन उर लावत। वाहिगुरु जी का खालसा वाहिगुरु जी की फतेह। महाराज सच्चे पातशाह जी की साजी नवाजी साध संगत जी सतगुਰਾਂ ਦੀ पावन हजूरी च बैठ के ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਤੇ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਪਣੀਆਂ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਛੇਵੇਂ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਸ਼ਾਮ ਦੇ ਸਮੇਂ ਕਰਤਾਰਪੁਰ ਸਾਹਿਬ ਆ ਪਹੁੰਚੇ ਹਨ। ਕਰਤਾਰਪੁਰ ਕਰਤਾ ਬਸੈ ਸੰਤਨ ਕੇ ਪਾਸ। ਸ੍ਰੀ ਕਰਤਾਰਪੁਰ ਸਾਹਿਬ ਦੀ ਇਹ ਪਾਵਨ ਧਰਤੀ ਪੰਚਮ ਪਾਤਸ਼ਾਹ ਨੇ ਜਲੰਧਰ ਦੇ ਕੋਲ ਆਬਾਦ ਕੀਤੀ ਹੈ। ਸਾਧ ਸੰਗਤ ਜੀ ਦੋ ਕਰਤਾਰਪੁਰ ਹਨ। ਇੱਕ ਪਹਿਲਾ ਕਰਤਾਰਪੁਰ ਰਾਵੀ ਦੇ ਕੰਢੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਬਾਦ ਕੀਤਾ ਸੀ। ਦੂਸਰਾ ਕਰਤਾਰਪੁਰ ਜਲੰਧਰ ਦੇ ਕੋਲ ਸਤਿਗੁਰੂ ਜੀ ਨੇ ਪੰਚਮ ਪਾਤਸ਼ਾਹ ਜੀ ਨੇ ਕੀਤਾ ਸੀ। ਜਲੰਧਰ ਵਾਲੇ ਕਰਤਾਰਪੁਰ ਗੁਰੂ ਸਾਹਿਬ ਆਏ ਜਿੱਥੇ ਮਾਤਾ ਕੌਲਾਂ ਜੀ ਉਡੀਕ ਰਹੇ ਸਨ। ਬਹੁਤ ਹੀ ਬਿਮਾਰ ਹੋ ਚੁੱਕੇ ਸਨ। ਮੰਜੇ ਤੋਂ ਉੱਠਣ ਦੇ ਸਰੀਰ ਵਿੱਚ ਤਾਕਤ ਨਹੀਂ ਸੀ ਰਹਿ ਗਈ। ਬਹੁਤ ਜ਼ਿਆਦਾ ਨਿਢਾਲ ਹੋ ਚੁੱਕੇ ਸਨ। ਕਹਿ ਲਓ ਵੀ ਅਖੀਰਲੇ ਸਵਾਸਾਂ ਤੇ ਬਿਮਾਰੀ ਨੇ ਪਹੁੰਚਾ ਦਿੱਤਾ ਸੀ। ਗੁਰੂ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਉਡੀਕ ਰਹੇ ਸਨ ਤੇ ਸਤਿਗੁਰੂ ਜੀ ਆਏ ਨੇ ਤੇ ਮਾਤਾ ਕੌਲਾਂ ਨੇ ਬਿਰਹਾ ਭਿੱਜੀਆਂ ਬੇਨਤੀਆਂ ਕੀਤੀਆਂ। ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠਿਆ ਨਹੀਂ ਗਿਆ। ਫਿਰ ਕੱਪੜੇ ਵਿੱਚੋਂ ਹੱਥ ਕੱਢ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖੇ, ਦੋਵੇਂ ਮੱਥੇ ਨੂੰ ਲਾਏ। ਬਹੁਤ ਹੀ ਪਿਆਰ ਦੀਆਂ ਬੇਨਤੀਆਂ ਸੁਣ ਕੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਧੀਰਜ ਦਿੱਤਾ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਏ ਘਟੀ ਲਗ ਬੈਠੇ ਰਹੇ। ਦੋ ਘੜੀ ਲਗਭਗ ਪੌਣਾ ਘੰਟਾ ਬਣ ਜਾਂਦਾ ਹੈ। ਗੁਰੂ ਸਾਹਿਬ ਜੀ ਮਾਤਾ ਕੌਲਾਂ ਜੀ ਦੇ ਪਲੰਘੇ ਦੇ ਕੋਲ ਹੀ ਮੰਜੇ ਕੁਰਸੀ ਢਾਹ ਕੇ ਬੈਠੇ ਰਹੇ ਹਨ। ਇਤਿਆਦਿਕ ਸੁਨ ਅਰ ਬਹੁ ਕਹੇ। ਕਹਿੰਦੇ ਬਹੁਤ ਸਾਰੇ ਬਚਨ ਕੌਲਾਂ ਨੇ ਕਹੇ, ਗੁਰੂ ਜੀ ਨੇ ਸੁਣੇ ਤੇ ਸਤਿਗੁਰੂ ਜੀ ਨੇ ਵੀ ਮਾਤਾ ਕੌਲਾਂ ਜੀ ਨੂੰ ਉਪਦੇਸ਼ ਦਿੱਤੇ। ਧੀਰਜ ਦੀਨ ਚਰਨ ਛੁਟਕਾਵਤ। ਮਹਾਰਾਜ ਹੌਸਲਾ ਦਿੰਦੇ ਨੇ ਤੇ ਕੌਲਾਂ ਕੋਲੋਂ ਆਪਣੇ ਚਰਨ ਛੁਡਾਉਂਦੇ ਨੇ। ਚਰਨ ਫੜ ਕੇ ਕੌਲਾਂ ਬੈਠੀ ਹੈ। ਮਹਾਰਾਜ ਦੇ ਚਰਨ ਛੱਡਦੀ ਨਹੀਂ। ਸਰੀਰ ਦੇ ਵਿੱਚ ਉਹਦੇ ਬਲ ਨਹੀਂ ਪਰ ਚਰਨ ਫੜਨ ਦਾ ਬਲ ਹੈ। ਇਹ ਪ੍ਰੇਮ ਦੀ ਖੇਡ ਹੈ ਸਾਧ ਸੰਗਤ ਜੀ। ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮੇਸ਼ਰ ਪ੍ਰੇਮ ਦਾ ਭੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਪਾਤਸ਼ਾਹ ਦੇ ਚਰਨ ਫੜੇ ਨੇ ਤੇ ਮਹਾਰਾਜ ਕੌਲਾਂ ਕੋਲੋਂ ਆਪਣੇ ਚਰਨ ਛੁਡਾਉਂਦੇ ਨੇ। ਨਹਿ ਛੋਰਤ ਪੁਨ ਪੁਨ ਉਰ ਲਾਵਤ। ਮਾਤਾ ਕੌਲਾਂ ਮਹਾਰਾਜ ਦੇ ਚਰਨ ਛੱਡਦੀ ਨਹੀਂ ਤੇ ਬਾਰ-ਬਾਰ ਚਰਨਾਂ ਨੂੰ ਘੁੱਟ ਕੇ ਆਪਣੇ ਹਿਰਦੇ ਦੁਆਰਾ ਨਮਸਕਾਰ ਕਰ ਰਹੀ ਹੈ ਚਰਨਾਂ ਦੇ ਉੱਤੇ। ਇਹ ਸਤਿਗੁਰ ਤੁਮਰੇ ਪਗ ਪਿਆਰੇ। ਕਹਿੰਦੀ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਪਿਆਰੇ ਚਰਨ ਜੋ ਹਨ। ਨਹਿ ਤਿਆਗਨ ਚਿਤ ਚਹਿਤ ਹਮਾਰੇ। ਮੇਰਾ ਚਿੱਤ ਤਿਆਗਣਾ ਨਹੀਂ ਚਾਹੁੰਦਾ, ਇਹਨਾਂ ਚਰਨਾਂ ਤੋਂ ਵਿਛੜਨਾ ਨਹੀਂ ਚਾਹੁੰਦਾ ਮੇਰਾ ਜੀ। ਬਾਰ ਬਾਰ ਮੁਖ ਪਰ ਕੋ ਫੇਰਤ। ਮਾਤਾ ਕੌਲਾਂ ਮਹਾਰਾਜ ਦੇ ਚਰਨਾਂ ਤੇ ਹੱਥ ਫੇਰ ਕੇ ਮੂੰਹ ਤੇ ਫੇਰਦੀ ਹੈ, ਮੱਥੇ ਤੇ ਫੇਰਦੀ ਹੈ। ਤ੍ਰਿਪਤ ਨਾ ਹੋਤ ਰੂਪ ਗੁਰ ਹੇਰਤ। ਤੇ ਮਹਾਰਾਜ ਦਾ ਰੂਪ ਵੇਖ ਵੇਖ ਕੇ ਰੱਜਦੀ ਨਹੀਂ।
ਸਤਿਗੁਰੂ ਦੇ ਸੁੰਦਰ ਸਰੂਪ ਤੋਂ ਬਲਿਹਾਰ ਜਾਂਦੀ ਹੈ। ਆਸਵਾਸਨ ਦੀਰਘ ਤਬ ਕੀਨੋ, ਮਹਾਰਾਜ ਨੇ ਬਹੁਤ ਵੱਡਾ ਆਸਵਾਸਨ ਦਿੱਤਾ, ਹੌਸਲਾ ਦਿੱਤਾ। ਅੰਤ ਸਮਾ ਜਬ ਮੇਰੋ ਚੀਨੋ, ਕਹਿਣ ਲੱਗੀ ਮਹਾਰਾਜ ਜਦੋਂ ਮੇਰਾ ਅੰਤ ਸਮਾਂ ਆਵੇ, ਜਦੋਂ ਮੇਰੇ ਸਵਾਸ ਨਿਕਲਣ, ਸਨਮੁਖ ਮਮ ਬੈਠੋ ਤਬ ਆਏ। ਉਦੋਂ ਇੰਨੀ ਕਿਰਪਾ ਕਰਿਆ ਜੇ ਸਾਰੇ ਕੰਮ ਛੱਡ ਕੇ ਮੇਰੇ ਕੋਲ ਆ ਜਾ ਜੇ ਤੇ ਮੈਨੂੰ ਆਪਣੇ ਦਰਸ਼ਨ ਦਿਆ ਜੇ ਸੱਚੇ ਪਾਤਸ਼ਾਹ ਜੀ। ਤੁਮ ਦੇਖਤ ਹੀ ਪ੍ਰਾਨ ਸਿਧਾਏ, ਤੇ ਮਹਾਰਾਜ ਤੁਹਾਡੇ ਦਰਸ਼ਨ ਕਰਦਿਆਂ ਮੇਰੇ ਪ੍ਰਾਣ ਨਿਕਲ ਜਾਣ, ਮੇਰੀ ਇੱਕੋ ਆਖਰੀ ਤਮੰਨਾ ਹੈ। ਇਹ ਬੇਨਤੀ ਮੇਰੀ ਸੁਣ ਲੀਜੈ। ਬਸ ਮੇਰੀ ਇਹ ਬੇਨਤੀ ਸੁਣ ਲਓ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਇਹ ਚੋਲਾ ਛੱਡ ਜਾਵਾਂ। ਤੁਮ ਕਿਰਪਾਲ ਬੜ ਕਰਨਾ ਕੀਜੈ, ਤੁਸੀਂ ਬੜੇ ਕਿਰਪਾਲੂ ਦਿਆਲੂ ਮਿਹਰਾਂ ਦੇ ਸਾਈਂ ਹੋ ਮਹਾਰਾਜ। ਮਿਹਰ ਕਰਿਆ ਜੇ ਮੇਰੇ ਅਖੀਰਲੇ ਸਮੇਂ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਜੇ। ਸੁਨ ਗੁਰ ਕਹਿਓ ਆਏ ਤੋ ਪਾਸ, ਸਤਿਗੁਰੂ ਮਾਤਾ ਕੌਲਾਂ ਜੀ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਕੌਲਾਂ ਜਦੋਂ ਤੇਰਾ ਅੰਤ ਸਮਾਂ ਆਉਣਾ ਹੈ ਅਸੀਂ ਤੇਰੇ ਕੋਲ ਹੋਵਾਂਗੇ। ਰਹੋ ਆਨੰਦ ਮਹਿ ਚਿੰਤ ਬਿਨਾਸ, ਤੂੰ ਚਿੰਤਾ ਨਾ ਕਰ, ਆਨੰਦ ਵਿੱਚ ਰਹਿ, ਤੂੰ ਮਰਨਾ ਨਹੀਂ। ਮੈਂ ਨਾ ਮਰੋ ਮਰਬੋ ਸੰਸਾਰਾ, ਆਪ ਮੋਏ ਮਿਲਿਓ ਹੈ ਜਿਆਮਣ ਹਾਰਾ। ਭਗਤ ਕਬੀਰ ਜੀ ਕਹਿੰਦੇ ਮੈਂ ਨਹੀਂ ਮਰਨਾ, ਸੰਸਾਰ ਮਰੇ, ਸੰਸਾਰ ਮਰਦਾ, ਮੈਂ ਨਹੀਂ ਮਰਨਾ ਕਿਉਂਕਿ ਮੈਨੂੰ ਜੀਵਾਣ ਵਾਲਾ ਮਿਲ ਗਿਆ ਹੈ। ਸਤਿਗੁਰੂ ਕਹਿੰਦੇ ਕੌਲਾਂ ਤੂੰ ਤੇ ਆਤਮ ਆਨੰਦ ਵਿੱਚ ਚਲਾ ਜਾਣਾ ਹੈ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕਹਿ ਕਰ ਇਮ ਸ੍ਰੀ ਹਰਗੋਬਿੰਦ, ਇਸ ਤਰ੍ਹਾਂ ਕਹਿ ਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਿਕਸੇ ਵਹਿਰ ਜਹਾਂ ਨਰ ਬ੍ਰਿੰਦ, ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਬਾਹਰ ਸੰਗਤਾਂ ਖੜੀਆਂ ਉਡੀਕ ਰਹੀਆਂ ਸਨ। ਕੌਲਾਂ ਦੇ ਘਰ ਚੋਂ ਬਾਹਰ ਆਏ ਹਨ। ਬੈਠ ਸਭਨ ਮਹਿ ਦਰਸ਼ਨ ਦੀਨ, ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦਿੱਤਾ ਹੈ। ਪਰ ਉਪਕਾਰੀ ਵੀਰ ਪ੍ਰਬੀਨ, ਮਹਾਬਲੀ ਪਰਉਪਕਾਰੀ ਜੋਧੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ। ਦੋਹਰਾ ਥੰਮ ਅਗਾਰੀ ਬੈਠ ਕਰ, ਥੰਮ ਸਾਹਿਬ ਦੇ ਸਾਹਮਣੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਥੰਮ ਸਾਹਿਬ ਹੈ, ਉਹਦੇ ਸਾਹਮਣੇ ਬੈਠ ਕੇ ਸਤਿਗੁਰ ਲਾਏ ਦੀਵਾਨ, ਮਹਾਰਾਜ ਨੇ ਦੀਵਾਨ ਲਾ ਲਿਆ। ਆਏ ਰਬਾਬੀ ਢਿਗ ਥਿਰੇ, ਰਬਾਬੀ ਆ ਗਏ ਕੀਰਤਨ ਕਰਨ ਵਾਸਤੇ। ਕਰਿਓ ਸ਼ਬਦ ਕੋ ਗਾਨ, ਉਹਨਾਂ ਰਬਾਬੀਆਂ ਨੇ ਬੜਾ ਰਸ ਭਿੰਨਾ ਕੀਰਤਨ ਸ਼ੁਰੂ ਕੀਤਾ ਹੈ। ਚੌਪਈ ਜਿਉਂ ਜਿਉਂ ਪੁਰ ਮਹਿ ਗੁਰ ਸੁਧ ਹੋਈ, ਜਿਉਂ ਜਿਉਂ ਕਰਤਾਰਪੁਰ ਸਾਹਿਬ ਵਿੱਚ ਖਬਰ ਗਈ ਗੁਰੂ ਸਾਹਿਬ ਆਏ ਹਨ, ਤਿਉਂ ਤਿਉਂ ਚਲਿਓ ਆਏ ਸਭ ਕੋਈ। ਤਿਉਂ ਤਿਉਂ ਹਰ ਕੋਈ ਦਰਸ਼ਨਾਂ ਲਈ ਚੱਲਿਆ ਹੁੰਦਾ ਹੈ। ਇਸਤਰੀ ਪੁਰਸ਼ ਹਿੰਦੂ ਮੁਸਲਮਾਨ ਵੱਡੇ ਛੋਟੇ ਨਗਰ ਨਿਵਾਸੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਏ ਹਨ। ਅਰਪ ਅਕੋਰਨ ਸੀਸ ਨਿਵਾਵੈ, ਆਪਣੀਆਂ ਆਪਣੀਆਂ ਪ੍ਰੇਮ ਭੇਟਾਵਾਂ ਗੁਰਦੇਵ ਦੇ ਚਰਨਾਂ 'ਚ ਅਰਪਣ ਕਰਦੇ ਹਨ ਤੇ ਮਹਾਰਾਜ ਨੂੰ ਮੱਥਾ ਟੇਕਦੇ ਹਨ। ਦਰਸ਼ਨ ਕਰਹਿ ਮੋਦ ਉਪਜਾਵੈ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਤੇ ਬੜੇ ਖੁਸ਼ ਹੁੰਦੇ ਹਨ ਸਿੱਖ। ਕਿਰਪਾ ਦ੍ਰਿਸ਼ਟ ਤੇ ਦੇਖਨ ਕਰੈ, ਮਹਾਰਾਜ ਜੀ ਵੀ ਆਪਣੇ ਸਿੱਖਾਂ ਵੱਲ ਮਿਹਰ ਦੀ ਦ੍ਰਿਸ਼ਟੀ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਸਭ ਕੀ ਮਨੋ ਕਾਮਨਾ ਪੂਰੈ, ਸ੍ਰੀ ਕਰਤਾਰਪੁਰ ਸਾਹਿਬ ਦੇ ਸਿੱਖਾਂ ਦੀਆਂ ਸਭ ਦੀਆਂ ਮਨੋ ਕਾਮਨਾ ਗੁਰੂ ਸਾਹਿਬ ਪੂਰੀਆਂ ਕਰਦੇ ਹਨ। ਸੰਧਿਆ ਸੋਦਰ ਲਗ ਤਹਿ ਥਿਰੇ, ਸੰਧਿਆ ਸੋਦਰ ਤੱਕ ਰਹਿਰਾਸ ਦੇ ਟਾਈਮ ਤੱਕ ਗੁਰੂ ਸਾਹਿਬ ਜੀ ਉੱਥੇ ਦੀਵਾਨ 'ਚ ਬੈਠੇ ਰਹੇ। ਭੋਗ ਪਾਏ ਬੰਧਨ ਕੋ ਕਰੇ, ਰਹਿਰਾਸ ਦਾ ਪਾਠ ਸੁਣ ਕੇ ਮੱਥਾ ਟੇਕਿਆ। ਉਠ ਸਤਿਗੁਰ ਡੇਰੇ ਮਹਿ ਆਏ, ਉੱਠ ਕੇ ਮਹਾਰਾਜ ਆਪਣੇ ਨਿਵਾਸ ਸਥਾਨ ਤੇ ਡੇਰੇ 'ਚ ਆ ਗਏ। ਰੁਚ ਅਨੁਸਾਰ ਅਸਨ ਕੋ ਖਾਏ, ਜਿੰਨਾ ਲੋੜ ਸੀ ਰੁਚੀ ਅਨੁਸਾਰ ਪ੍ਰਸ਼ਾਦਾ ਵੀ ਛਕਿਆ। ਮ੍ਰਿਦਲ ਸੇਜ ਪਰ ਥਿਰੇ ਗੁਸਾਈ, ਮਹਾਰਾਜ ਸੱਚੇ ਪਾਤਸ਼ਾਹ ਬੜੀ ਸੁੰਦਰ ਸੇਜਾ ਤੇ ਬਿਰਾਜਮਾਨ ਹੋ ਗਏ ਨੇ। ਸੁਪਤ ਜਥਾ ਸੁਖ ਰਾਤ ਬਿਤਾਈ, ਤੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ। ਰਹੀ ਜਾਮ ਜਾਮਨ ਦੋਇ ਘਰੀ, ਸਾਧ ਸੰਗਤ ਜੀ ਜਦੋਂ
ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਹੈ। ਉੱਠ ਕਰ ਸਾਚ ਸਰਬ ਹੀ ਕਰੀ। ਇੱਕ ਪਹਿਰ 2 ਘੜੀਆਂ ਰਾਤ ਰਹਿੰਦੀ, ਯਾਨੀ ਕਿ ਪੌਣੇ 4 ਘੰਟੇ ਰਾਤ ਰਹਿੰਦੀ। ਗੁਰੂ ਸਾਹਿਬ ਜੀ ਉੱਠੇ ਤੇ ਇਸ਼ਨਾਨ ਕੀਤਾ ਹੈ। ਸ੍ਰੀ ਅਰਜਨ ਇੱਕ ਕੂਪ ਬਣਾਇਓ। ਇਸ਼ਨਾਨ ਕਿੱਥੇ ਕੀਤਾ? ਗੁਰਦੁਆਰਾ ਗੰਗਸਰ ਸਾਹਿਬ। ਸ੍ਰੀ ਕਰਤਾਰਪੁਰ ਸਾਹਿਬ 2 ਵੱਡੇ ਗੁਰਦੁਆਰੇ ਹਨ, ਇੱਕ ਤਾਂ ਥੰਮ ਸਾਹਿਬ ਹੈ, ਇੱਕ ਗੰਗਸਰ ਹੈ। ਗੰਗਸਰ ਉਹ ਜਗ੍ਹਾ ਹੈ ਜੋ ਮਹਾਰਾਜ 5ਵੇਂ ਪਾਤਸ਼ਾਹ ਨੇ ਖੂਹ ਲਵਾਇਆ ਸੀ, ਨਾਮ ਰੱਖਿਆ ਸੀ ਗੰਗਸਰ। ਵਚਨ ਕੀਤਾ ਇੱਥੇ ਇਸ਼ਨਾਨ ਕਰੇ ਗੰਗਾ ਦਾ ਫਲ ਮਿਲੇਗਾ। ਇੱਕ ਮੇਰੇ ਵਰਗਾ ਸ਼ੰਕਾਵਾਦੀ ਕਹਿਣ ਲੱਗਾ, ਮਹਾਰਾਜ ਮੈਂ ਗੰਗਾ ਜਾ ਰਿਹਾ। ਮਹਾਰਾਜ ਕਹਿੰਦੇ ਇੱਥੇ ਇਸ਼ਨਾਨ ਕਰ ਲੈ। ਉਹਦਾ ਮਨ ਨਾ ਟਿਕਿਆ, ਕਹਿੰਦਾ ਮਹਾਰਾਜ ਇੱਥੇ ਵੀ ਠੀਕ ਹੈ ਪਰ ਮੈਂ ਉੱਥੇ ਕਰਕੇ ਆਉਣਾ। ਮਹਾਰਾਜ ਕਹਿੰਦੇ ਚੰਗਾ ਕੰਮ ਕਰੀਆਂ, ਗੜਵੀ ਲੈ ਜਾ, ਸਾਡੇ ਲਈ ਵੀ ਗੰਗਾ ਜਲ ਲਈ ਆਵੇਂ। ਉਹ ਗੜਵੀ ਲੈ ਕੇ ਗਿਆ ਗੰਗਾ ਹਰਿਦੁਆਰ। ਉੱਥੇ ਜਾ ਕੇ ਨਹਾਉਣ ਲੱਗਾ। ਗੰਗਾ ਦਾ ਪਾਣੀ ਬੜਾ ਤੇਜ਼ ਹੈ, ਗੜਵੀ ਹੱਥੋਂ ਛੁੱਟ ਗਈ, ਰੁੜ ਗਈ। ਮਨ 'ਚ ਬੜਾ ਪਛਤਾਪ ਹੋਇਆ ਵੀ ਗੁਰੂ ਸਾਹਿਬ ਦੀ ਗੜਵੀ ਰੁੜ ਗਈ, ਮੈਂ ਮਹਾਰਾਜ ਨੂੰ ਕੀ ਜਵਾਬ ਦਿਆਂਗਾ। ਵਾਪਸ ਆ ਗਿਆ। 5ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਾਡੇ ਲਈ ਗੰਗਾ ਜਲ ਲੈ ਕੇ ਆਇਆ। ਕਹਿੰਦਾ ਮਹਾਰਾਜ ਗੰਗਾ ਜਲ ਕੀ ਲਿਆਉਣਾ ਸੀ, ਤੁਹਾਡੀ ਗੜਵੀ ਨਦੀ 'ਚ ਰੁੜ ਗਈ ਮੇਰੇ ਹੱਥੋਂ, ਮੈਨੂੰ ਬੜਾ ਅਫਸੋਸ ਹੈ। ਮਹਾਰਾਜ ਕਹਿੰਦੇ ਖੂਹ 'ਚ ਵੇਖੀ ਗੜਵੀ ਉੱਥੇ ਪਈ ਤਾਂ ਨਹੀਂ ਕਿਤੇ। ਜਦੋਂ ਖੂਹ 'ਚ ਵੜ ਕੇ ਵੇਖਿਆ ਉਹੀ ਗੜਵੀ ਉੱਥੇ ਤਰਦੀ ਪਈ। ਕਹਿੰਦਾ ਇੱਥੇ ਕਿਵੇਂ ਆ ਗਈ? ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਗੰਗਾ ਇੱਥੇ ਆਉਂਦੀ ਹੈ, ਮੰਨਿਆ ਨਹੀਂ ਤੂੰ। ਦੇਖ ਲੈ ਇੱਥੇ ਜਿੱਥੇ ਸਾਧੂ ਬਹਿ ਜਾਂਦੇ ਉੱਥੇ ਸਾਰੇ ਤੀਰਥ ਆ ਜਾਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰਤੱਖ ਦਿਖਾਤਾ 5ਵੇਂ ਪਾਤਸ਼ਾਹ ਨੇ। ਉਸ ਜਗ੍ਹਾ ਦਾ ਨਾਮ ਹੈ ਗੰਗਸਰ। ਉੱਥੇ ਇਸ਼ਨਾਨ ਕਰਨ ਦਾ ਫਲ ਜਿੰਨਾ ਗੰਗਾ ਦਾ ਮੰਨਦੇ ਨੇ, ਸਤਿਗੁਰੂ ਦੇ ਚਰਨਾਂ 'ਚ ਉਹਨਾਂ ਫਲ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਖੂਹ ਮਹਾਰਾਜ 5ਵੇਂ ਪਾਤਸ਼ਾਹ ਨੇ ਕਰਤਾਰਪੁਰ 'ਚ ਲਵਾਇਆ, ਬਹੁਤ ਵੱਡਾ ਖੂਹ ਹੈ। ਹਾਂਜੀ। ਸ਼ਕਰ ਗੰਗ ਤਿਹ ਨਾਮ ਬਤਾਇਓ। ਇਹਨੂੰ ਮਹਾਰਾਜ ਸ਼ੱਕਰ ਗੰਗ ਵੀ ਕਹਿੰਦੇ, ਗੰਗਸਰ ਵੀ ਕਹਿੰਦੇ ਆ। ਸ਼ੱਕਰ ਗੰਗ, ਸ਼ੱਕਰ ਵਰਗਾ ਮਿੱਠਾ ਤੇ ਗੰਗਾ ਵਰਗਾ ਪਵਿੱਤਰ ਜਲ ਹੈ। ਹਾਂਜੀ। ਹਿਤ ਇਸ਼ਨਾਨ ਗਏ ਤਿਸ ਥਾਨ। ਗੁਰੂ ਮਹਾਰਾਜ 6ਵੇਂ ਪਾਤਸ਼ਾਹ ਇਸ਼ਨਾਨ ਕਰਨ ਲਈ ਗੰਗਸਰ ਖੂਹ ਤੇ ਅੰਮ੍ਰਿਤ ਵੇਲੇ 2:30 ਵਜੇ ਉੱਠ ਕੇ ਗਏ ਹਨ। ਲੇਕਰ ਸੰਗ ਦਾਸ ਬੁੱਧਵਾਨ। ਸਿਆਣੇ ਸਿੱਖ ਸੇਵਾਦਾਰ ਗੜਵਈ ਨਾਲ ਗਏ ਹਨ ਸਤਿਗੁਰੂ ਜੀ ਦੇ। ਬੰਧਨ ਕਰ ਮੱਜਨ ਤਹਿ ਕੀਨ। ਖੂਹ ਤੇ ਜਾ ਕੇ ਨਮਸਕਾਰ ਕੀਤੀ। ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦਾ ਖੂਹ ਹੈ। ਉੱਥੇ ਫਿਰ ਮਹਾਰਾਜ ਇਸ਼ਨਾਨ ਕੀਤਾ ਹੈ। ਬੈਠੇ ਧਰ ਕੇ ਧਿਆਨ ਪ੍ਰਬੀਨ। ਇਸ਼ਨਾਨ ਕਰਕੇ ਉੱਥੇ ਹੀ ਧਿਆਨ ਲਾ ਕੇ ਚੌਂਕੜਾ ਮਾਰ ਕੇ ਬੈਠ ਗਏ ਮਹਾਰਾਜ ਸਾਹਿਬ ਜੀ। ਨਿਜ ਸਰੂਪ ਕੋ ਚਿਤਵਨ ਕਰਤੇ। ਤੇ ਆਪਣੇ ਆਤਮ ਸਰੂਪ ਦਾ ਧਿਆਨ ਧਰਿਆ। ਆਤਮ ਧਿਆਨ ਧਾਰਨਾ ਹੈ। ਸਾਧ ਸੰਗਤ ਜੀ, ਸਾਡੇ ਜੀਵਾਂ ਦੇ ਵੱਖਰੇ ਵੱਖਰੀ ਅਵਸਥਾ, ਵੱਖਰੇ ਵੱਖਰੇ ਨਿਤਨੇਮ ਹੁੰਦੇ ਹੈ। ਕੋਈ ਨਾਮ ਸਿਮਰਨ ਕਰਦਾ ਹੈ, ਕੋਈ ਮੂਲ ਮੰਤਰ, ਕੋਈ ਗੁਰੂ ਮੰਤਰ, ਕੋਈ ਜਪਜੀ ਸਾਹਿਬ ਦਾ ਪਾਠ, ਕੋਈ 5 ਬਾਣੀਆਂ, ਕੋਈ ਸੁਖਮਨੀ ਸਾਹਿਬ, ਕੋਈ ਅਕਾਲ ਉਸਤਤ, ਕੋਈ ਆਸਾ ਦੀ ਵਾਰ। ਇਹ ਅਵਸਥਾ ਦੇ ਮੁਤਾਬਕ ਜਿੰਨਾ ਰਸ ਆਈ ਜਾਂਦਾ ਬਾਣੀ ਪੜ੍ਹੀ ਜਾਂਦੀ। ਪਰ ਜਿਹੜੀ ਅਖੀਰਲੀ ਅਵਸਥਾ ਹੁੰਦੀ ਹੈ ਉੱਥੇ ਆਤਮ ਧਿਆਨ ਧਾਰਨਾ ਹੈ। ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਤੇਰੇ ਵਿੱਚ ਤੇ ਮੇਰੇ 'ਚ, ਮੇਰੇ 'ਚ ਤੇਰੇ 'ਚ ਕੋਈ ਫਰਕ ਨਹੀਂ ਰਹਿ ਗਿਆ। ਜਿਵੇਂ ਸੋਨਾ, ਸੋਨੇ ਦੇ ਗਹਿਣੇ, ਪਾਣੀ ਤੇ ਪਾਣੀ ਦੀਆਂ ਲਹਿਰਾਂ ਇੱਕੋ ਹੀ ਚੀਜ਼ ਹੁੰਦੀਆਂ। ਉਸ ਵੇਲੇ ਭਗਤ ਤੇ ਭਗਵਾਨ ਇੱਕ ਹੋ ਜਾਂਦੇ। ਮਹਾਰਾਜ ਉਸ ਸਮਾਧੀ 'ਚ ਆਤਮ ਧਿਆਨ ਵਿੱਚ ਲੀਨ ਹੋ ਕੇ ਬੈਠ ਗਏ ਹਨ। ਬਹੁਰ ਗੁਰੂ ਬਾਣੀ ਕੋ ਰਰਤੇ। ਪਹਿਲਾਂ ਸਿਮਰਨ ਧਿਆਨ ਕੀਤਾ, ਫਿਰ ਗੁਰਬਾਣੀ ਦਾ ਪਾਠ ਕੀਤਾ ਹੈ। ਆਦ ਸੁਖਮਨੀ ਊਚੇ ਸੁਰ ਤੇ। ਸ੍ਰੀ ਜਪਜੀ ਸਾਹਿਬ, ਸੁਖਮਨੀ ਸਾਹਿਬ ਉੱਚੀ ਸੁਰ ਨਾਲ ਉਚਾਰਨ ਕੀਤਾ ਹੈ। ਕਰਤ ਪਾਠ ਕੋ ਪ੍ਰੀਤੀ ਉਰ ਤੇ। ਬੜੇ ਪ੍ਰੇਮ ਨਾਲ, ਬੜੀ ਪ੍ਰੀਤੀ ਨਾਲ ਪਾਠ ਕਰਦੇ ਸੁਖਮਨੀ ਸਾਹਿਬ ਜੀ ਦਾ। ਸਿੱਖਨ ਕੇਰ ਉਦਾਹਰਨ ਕਾਰਨ। ਸਿੱਖਾਂ ਦੇ ਉਧਾਰ ਵਾਸਤੇ, ਸਿੱਖਾਂ ਦਾ ਭਲਾ ਕਰਨ ਵਾਸਤੇ। ਪਰ ਹੈ ਰੀਤ ਇਮ ਕਰਹਿ ਉਚਾਰਨ। ਆਉਣ ਵਾਲੇ ਸਮੇਂ 'ਚ ਸਿੱਖਾਂ 'ਚ ਰੀਤ ਪਵੇਗੀ। ਪੁਰਾਤਨ ਸਮੇਂ 'ਚ ਸਾਧ ਸੰਗਤ ਜੀ ਸ੍ਰੀ ਸੁਖਮਨੀ ਸਾਹਿਬ ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਹਰ ਇੱਕ ਗੁਰਸਿੱਖ ਕਰਿਆ ਕਰਦਾ ਸੀ। ਅਸੀਂ ਗੁਰਦੁਆਰਿਆਂ 'ਚ ਵੀ ਇਹ ਰੀਤੀ ਵੇਖੀ ਹੈ। ਹੁਣ ਸੁਖਮਨੀ ਸਾਹਿਬ ਦਾ ਪਾਠ ਕਦੀ ਕਦੀ ਕਰਦੇ ਹਾਂ। 5 ਬਾਣੀਆਂ ਦਾ ਨਿਤਨੇਮ ਉਹ ਵੀ ਗੁਰੂ ਦੀ ਬਾਣੀ ਹੈ। ਪਰ ਜਿਹੜਾ
ਸੁਖਮਨੀ ਸਾਹਿਬ ਦਾ ਪਾਠ ਹੈ, ਇਹਦਾ ਬਹੁਤ ਵੱਡਾ ਮਹੱਤਵ ਸੀ ਅੰਮ੍ਰਿਤ ਵੇਲੇ। ਅਜੇ ਵੀ ਹਜੂਰ ਸਾਹਿਬ ਤਖਤ ਦੇ ਉੱਤੇ 1 ਵਜੇ ਸ੍ਰੀ ਜਪਜੀ ਸਾਹਿਬ ਦਾ ਪਾਠ ਹੁੰਦਾ ਤੇ 1:15 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੁੰਦਾ। ਉਸ ਤੋਂ ਬਾਅਦ ਸ੍ਰੀ ਜਾਪ ਸਾਹਿਬ, ਫਿਰ ਅਕਾਲ ਉਸਤਤ, ਚੰਡੀ ਦੀ ਵਾਰ, ਇਸ ਤਰ੍ਹਾਂ ਫਿਰ ਆਸਾ ਦੀ ਵਾਰ, ਇੱਦਾਂ ਬਾਣੀ ਦੇ ਪਾਠ ਹੁੰਦੇ। ਦਲਾਂ ਪੰਥਾਂ ਵਿੱਚ ਵੀ ਇਹ ਪੁਰਾਤਨ ਮਰਜ਼ਾਦਾ ਹੈ। 1 ਵਜੇ ਨਗਾਰਾ ਵੱਜਦਾ, ਸ੍ਰੀ ਜਪਜੀ ਸਾਹਿਬ, ਸ਼ਬਦ ਜਹਾਰੇ ਸੁਖਮਨੀ ਸਾਹਿਬ, ਫਿਰ ਜਾਪ ਸਾਹਿਬ, ਸ਼ਬਦ ਜਹਾਰੇ ਦਸਮ ਪਾਤਸ਼ਾਹੀ ਦੇ, ਫਿਰ ਸ੍ਰੀ ਅਕਾਲ ਉਸਤਤ, ਫਿਰ ਚੰਡੀ ਦੀ ਵਾਰ, ਆਨੰਦ ਸਾਹਿਬ, ਇੱਦਾਂ ਬਾਣੀਆਂ ਪੜ੍ਹਦੇ ਸੀ। ਸੋ ਵੱਡਾ ਨਿਤਨੇਮ। ਸਾਡੇ ਵਰਗੇ ਢਿੱਲੇ ਮੱਠੇ, ਸਾਡੇ ਕੋਲ ਤੇ 5 ਬਾਣੀਆਂ, ਨਿਤਨੇਮ ਨਹੀਂ ਹੁੰਦਾ। ਸੋ ਬਾਣੀ ਜਿੰਨੀ ਪੜ੍ਹੋ ਉਨੀ ਚੜ੍ਹਦੀ ਕਲਾ ਹੁੰਦੀ ਹੈ। ਬਾਣੀ ਨਾਲ ਹੀ ਸਿੱਖ ਬਣਦਾ। ਮਹਾਰਾਜ ਬਾਣੀ ਪੜ੍ਹਦੇ ਉੱਚੀ ਸੁਰ ਨਾਲ, ਸੁਖਮਨੀ ਸਾਹਿਬ ਦਾ ਪਾਠ ਕਰਦੇ, ਸਿੱਖ ਸੁਣਦੇ। ਸਿੱਖਨ ਕੇਰ ਉਧਾਰਨ ਕਾਰਨ। ਮਹਾਰਾਜ ਆਪਣੇ ਸਿੱਖਾਂ ਦਾ ਉਧਾਰ ਕਰਨ ਲਈ, ਸਿੱਖਾਂ ਦਾ ਭਲਾ ਕਰਨ ਲਈ ਉਹਨਾਂ ਨੂੰ ਜਾਚ ਸਿਖਾਉਂਦੇ, ਇਵੇਂ ਬਾਣੀ ਪੜ੍ਹੀ ਦੀ ਹੈ। ਹਾਂਜੀ, ਪਰ ਹੈ ਰੀਤ ਇਮ ਕਰ ਹੈ ਉਚਾਰਨ। ਵੀ ਉਹ ਚੰਗੀਆਂ ਰੀਤਾਂ ਪਾ ਰਹੇ ਆ ਮਹਾਰਾਜ। ਜੋ ਜੋ ਗੱਲਾਂ ਸਿੱਖਾਂ ਨੂੰ ਅੱਜ ਸਾਡੇ ਕੋਲ ਨੇ ਨਾ, ਇਹ ਗੁਰੂਆਂ ਦੀਆਂ ਚਲਾਈਆਂ ਹੋਈਆਂ। ਅੱਜ ਕੱਲ੍ਹ ਦੇ ਸਿੱਖ ਗੁਰੂਆਂ ਦੀਆਂ ਚਲਾਈਆਂ ਰੀਤਾਂ ਬੰਦ ਕਰਕੇ ਆਪਣੀਆਂ ਚਲਾਉਣ ਲੱਗ ਪਏ, ਜਿਨ੍ਹਾਂ 'ਚ ਨਾ ਸਿਰ ਨਾ ਪੈਰ, ਨਾ ਕੋਈ ਉਹਦਾ ਕੋਈ ਗੱਲ ਬਣਦੀ ਹੈ, ਨਾ ਕੋਈ ਉਹਦੇ। ਕਿਉਂ ਸਿਆਣਾ ਬੰਦਾ ਸਿਆਣੀ ਗੱਲ ਕਰੇਗਾ, ਨਿਆਣਾ ਬੰਦਾ ਨਿਆਣੀ ਕਰੇਗਾ। ਉਹ ਅਵਤਾਰ ਸਨ ਪਰਮੇਸ਼ਰ ਦੇ ਰੂਪ। ਉਹਨਾਂ ਨੇ ਜਿਹੜੀਆਂ ਰੀਤਾਂ ਦਸੀਆਂ ਸਾਨੂੰ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬਾਣੀ ਪੜ੍ਹੋ, ਫਿਰ ਨਾਮ ਜਪੋ, ਨਿਤਨੇਮ ਕਿਰਤ ਬਿਰਤ ਕਰੋ, ਸ਼ਾਮ ਨੂੰ ਰਹਿਰਾਸ ਦਾ ਪਾਠ ਕਰੋ, ਸੌਣ ਲੱਗਿਆਂ ਕੀਰਤਨ ਸੋਹਿਲਾ ਪੜ੍ਹੋ, ਤੁਰਦੇ ਫਿਰਦੇ ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ। ਇਹ ਗੁਰੂ ਸਾਹਿਬ ਦਾ ਪਹਿਲਾ ਸਭ ਤੋਂ ਵੱਡਾ ਜਿਹੜਾ ਅਸੂਲ ਹੈ ਨਾ, ਇਹ ਹੈ। ਬਾਕੀ ਦੂਜਾ ਪੱਖ ਹੈ ਸੇਵਾ ਦਾ, ਲੰਗਰ ਬਣਾਓ, ਵਰਤਾਓ, ਛਕਾਓ। ਇਹ ਦੂਜੀ ਮਹਾਨਤਾ ਇਹਦੀ। ਇਹ ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ, ਲੰਗਰ ਦੀ ਸੇਵਾ ਤੇ ਨਾਮ ਸਿਮਰਨ ਦੀ ਕਮਾਈ। ਹਾਂਜੀ, ਤਹਿ ਬੈਠੇ ਪ੍ਰਾਤੀ ਹੋਏ ਗਈ। ਮਹਾਰਾਜ ਉੱਥੇ ਬੈਠੇ ਗੰਗਸਰ ਖੂਹ ਤੇ, ਸਵੇਰ ਅੰਮ੍ਰਿਤ ਵੇਲੇ ਦੇ 2:30-3 ਵਜੇ ਦੇ ਬਾਣੀ ਪੜ੍ਹੀ ਗਏ, ਦਿਨ ਚੜ੍ਹਨ ਵਾਲਾ ਹੋ ਗਿਆ। ਹਾਂਜੀ, ਦਸਹੋਂ ਦਿਸ਼ ਪ੍ਰਕਾਸ਼ ਜੁਤ ਭਈ। ਲਗਭਗ 7 ਵਜੇ 6 ਵਜੇ, ਗਰਮੀ ਦੇ ਦਿਨ ਸਨ, ਇਸ ਕਰਕੇ ਛੇਤੀ ਸੂਰਜ ਚੜ੍ਹ ਗਿਆ। ਸਾਰੇ ਪਾਸੇ 10 ਦਿਸ਼ਾਂ 'ਚ ਪ੍ਰਕਾਸ਼ ਹੋ ਗਿਆ। ਆਏ ਰਬਾਬੀ ਚੌਂਕੀ ਕੀਨ। ਰਬਾਬੀ ਆ ਗਏ। ਰਬਾਬੀ ਕੀਰਤਨ ਕਰਨ ਵਾਲਿਆਂ ਨੂੰ ਕਹਿੰਦੇ, ਅੱਜ ਕੱਲ੍ਹ ਰਾਗੀ ਕਹਿੰਦੇ, ਪਹਿਲਾਂ ਰਬਾਬੀ ਕਹਿੰਦੇ। ਰਬਾਬ ਨਾਲ ਜੋ ਕੀਰਤਨ ਕਰਦੇ ਸੀ ਪਹਿਲਾਂ, ਰਬਾਬੀਆਂ ਨੇ ਚੌਂਕੀ ਸ਼ਬਦ ਦੀ ਕੀਤੀ ਹੈ। ਗਾਏ ਬਿਲਾਵਲ ਰਾਗ ਪ੍ਰਬੀਨ। ਬਿਲਾਵਲ ਦੀ ਚੌਂਕੀ, ਜਿਹੜੀ ਬਿਲਾਵਲ ਦਿਨ ਚੜ੍ਹੇ ਗਾਇਆ ਜਾਂਦਾ, ਖੁਸ਼ੀ ਦਾ ਰਾਗ ਹੈ, ਉਹ ਬਿਲਾਵਲ ਦੀ ਸਾਧ ਸੰਗਤ ਦੀ ਚੌਂਕੀ ਲਾਈ ਹੈ। ਕਿਤਕ ਦੇਰ ਲਓ ਲਗਿਓ ਦੀਵਾਨ। ਕੁਝ ਦੇਰ ਮਹਾਰਾਜ ਦਾ ਦੀਵਾਨ ਲੱਗਾ ਰਿਹਾ, ਘੰਟਾ 1.5 ਘੰਟਾ ਗੁਰੂ ਜੀ ਬਾਣੀ ਦਾ ਕੀਰਤਨ ਸੁਣਦੇ ਰਹੇ। ਪਰਿਓ ਸ਼ਬਦ ਕੋ ਭੋਗ ਸੋ ਜਾਨ। ਜਦੋਂ ਸ਼ਬਦ ਦਾ ਭੋਗ ਪਿਆ, ਆਏ ਲਾਂਗਰੀ ਥਿਰਿਓ ਅਗਾਰੇ। ਲਾਂਗਰੀ ਆ ਗਿਆ। ਲਾਂਗਰੀ ਆ ਕੇ ਹੱਥ ਜੋੜ ਕੇ ਖੜ ਗਿਆ। ਮਹਾਰਾਜ ਹੈ ਤਿਆਰ ਆਹਾਰੇ। ਲਾਂਗਰੀ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਤਿਆਰ ਹੈ। ਕਹਿਓ ਆਨ ਆਨ ਸੋ ਤਤ ਛਿਨ ਖਾਇਓ। ਮਹਾਰਾਜ ਕਹਿੰਦੇ ਭਾਈ ਇੱਥੇ ਹੀ ਲੈ ਆ। ਉਹਨੇ ਗੁਰੂ ਕੇ ਲਾਂਗਰੀ ਨੇ ਥਾਲ ਪਰੋਸਿਆ, ਮਰਿਆਦਾ ਮੁਤਾਬਕ ਮਹਾਰਾਜ ਦੇ ਹੱਥ ਧੁਆਏ, ਉੱਥੇ ਹੀ ਚੌਂਕੀ ਲਿਆ ਕੇ ਸਤਿਗੁਰਾਂ ਦੇ ਅੱਗੇ ਪ੍ਰਸ਼ਾਦਾ ਰੱਖ ਦਿੱਤਾ ਤੇ ਮਹਾਰਾਜ ਨੇ ਉਸੇ ਵੇਲੇ ਲੰਗਰ ਛਕ ਲਿਆ। ਇਤਨੇ ਮਹਿ ਇੱਕ ਸਿੱਖ ਚਲ ਆਇਓ। ਇੰਨੇ ਨੂੰ ਇੱਕ ਸਿੱਖ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਚਰਨਾਂ 'ਚ, ਜੇ ਲੰਗਰ ਛਕ ਕੇ ਹਟੇ ਹੀ ਸੀ, ਹੱਥ ਹੀ ਧੋ ਰਹੇ ਸੀਗੇ, ਕਿ ਇੱਕ ਸੇਵਾ ਦਾ ਇੱਕ ਸਿੱਖ ਆ ਗਿਆ ਪਿੰਡਾਂ 'ਚੋਂ। ਹਾਂਜੀ, ਸੁਣਿਆ ਹੈ ਗੁਰੂ ਗਰੀਬ ਨਿਵਾਜ। ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਦਾ ਇੱਕ ਸਿੱਖ ਸੀਗਾ। ਉਹਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੰਤ ਧੈਨ ਰੱਛਿਆ ਤੁਮ ਕਾਜ। ਮਹਾਰਾਜ ਤੁਸੀਂ ਗਊ ਗਰੀਬ ਦੇ ਰਾਖੇ ਹੋ, ਸੰਤਾਂ ਨਿਮਾਣਿਆਂ ਭਗਤਾਂ ਦੇ ਰਾਖੇ ਹੋ। ਇਸ ਥਲ ਤੇ ਕੇਹਰ ਇੱਕ ਨੇਰੇ। ਮਹਾਰਾਜ ਜਿੱਥੇ ਤੁਸੀਂ ਬੈਠੇ ਹੋ, ਇੱਥੇ ਲਾਗੇ ਜੰਗਲ 'ਚ ਇੱਕ ਸ਼ੇਰ ਨਿਕਲ ਆਇਆ ਹੈ, ਮਾਰਤ ਹੈ ਨਿਤ ਜੀਵ ਕਨੇਰੇ। ਉਹ ਬੜਾ ਨੁਕਸਾਨ ਕਰ ਰਿਹਾ। ਸਾਡੀਆਂ ਮੱਝਾਂ ਗਾਵਾਂ ਖੜੀਆਂ ਹੁੰਦੀਆਂ, ਆ ਕੇ ਮਾਰ ਦਿੰਦਾ, ਭੇਡ ਬੱਕਰੀ ਚੱਕ ਕੇ ਲੈ ਜਾਂਦਾ, ਕੋਈ ਬੰਦਾ ਕਾਬੂ ਆ ਜਾਏ ਉਹਨੂੰ ਵੀ ਢਾਹ ਲੈਂਦਾ। ਮਹਾਰਾਜ ਬੜਾ ਖਤਰਨਾਕ ਸ਼ੇਰ ਸਾਡੇ ਇਲਾਕੇ 'ਚ ਕਰਤਾਰਪੁਰ ਦੇ 'ਚ ਆ ਗਿਆ। ਮਹਿਖੀ ਗਊ ਸਮੂਹ ਨਿਕੇਤ। ਸਾਡੇ ਮੱਝਾਂ ਗਊਆਂ, ਸਾਡਾ ਜੋ ਮਾਲ ਡੰਗਰ ਹੈ,
ਗਇਓ ਪ੍ਰਾਤ ਮੈਂ ਚਾਰਨ ਹੇਤ। ਮਹਾਰਾਜ ਮੈਂ ਅੱਜ ਦੀ ਗੱਲ ਅੱਜ ਹੀ ਹੁਣੇ ਹੀ ਸਵੇਰੇ ਸਵੇਰੇ ਡੰਗਰ ਲੈ ਕੇ ਨਿਕਲਿਆ ਘਰੋਂ। ਗੋ ਧਨ ਵਿਖੇ ਆਨ ਸੋ ਪਰਿਓ। ਮਹਾਰਾਜ ਉਹ ਤੇ ਮੇਰੇ ਚੋਣੇ 'ਚ ਆ ਕੇ ਪੈ ਗਿਆ, ਮੇਰੇ ਪਸ਼ੂਆਂ ਦੇ ਵੱਗ 'ਚ ਸ਼ੇਰ ਆ ਗਿਆ। ਮਾਰ ਕਿਤਕ ਕੋ ਘਾਇਲ ਕਰਿਓ। ਉਹਨੇ ਮੇਰੀਆਂ ਕਈ ਗਊਆਂ ਮੱਝਾਂ ਮਾਰ ਦਿੱਤੀਆਂ, ਜ਼ਖਮੀ ਕਰ ਦਿੱਤੀਆਂ ਕਈ। ਮੈਂ ਤੱਕ ਸ਼ਰਨ ਆਪ ਕੀ ਆਇਓ। ਮਹਾਰਾਜ ਬੜਾ ਖਤਰਨਾਕ ਸ਼ੇਰ ਹੈ ਉਹ, ਮਹਾਰਾਜ ਬਹੁਤ ਨੁਕਸਾਨ ਕਰ ਰਿਹਾ ਹੈ ਤੇ ਮੇਰੇ ਡੰਗਰ ਮਾਰਤੇ। ਮਹਾਰਾਜ ਮੈਂ ਹੁਣ ਤੁਹਾਡੀ ਸ਼ਰਨ ਆਇਆ, ਮੈਨੂੰ ਬਚਾਓ। ਨਿਰਭੈ ਕਰਹੁ ਦੇਹੁ ਤਰਾਸ ਮਿਟਾਇਓ। ਮਹਾਰਾਜ ਸ਼ੇਰ ਦੀ ਦਹਿਸ਼ਤ ਬੜੀ ਪਈ ਹੋਈ ਹੈ, ਲੋਕ ਜੰਗਲ 'ਚ ਡਰਦੇ ਮਾਰੇ ਬਾਹਰ ਨਹੀਂ ਨਿਕਲਦੇ। ਹੁਣ ਤਾਂ ਸਾਧ ਸੰਗਤ ਜੀ ਜੰਗਲ ਕੋਈ ਨਹੀਂ, ਆਪਣੇ ਇਲਾਕੇ 'ਚ ਸ਼ੇਰ ਚੀਤਾ ਕੋਈ ਆਉਂਦਾ ਨਹੀਂ ਹੈ। ਪਿੱਛੇ ਜੀ ਇੱਕ ਤੁਸੀਂ ਦੇਖੀ ਹੋਣੀ ਫੋਟੋ, ਉਹ ਮੂਵੀ ਬਣਾਈ ਸੀ, ਉਹ ਇੰਨਾ ਭਿਆਨਕ ਸਾਰੇ ਪਿੰਡਾਂ ਨੂੰ ਅੱਗੇ ਲਾਈ ਫਿਰਦਾ ਉਸ ਦੁਨੀਆ ਉਹਦੇ ਅੱਗੇ ਅੱਗੇ ਤੇ ਉਹ ਪਿੱਛੇ ਪਿੱਛੇ ਪੈਂਦਾ, ਪਾੜ ਪਾੜ ਸੁੱਟਦਾ। ਇਸ ਦਾ ਉਹ ਉਸ ਜ਼ਮਾਨੇ 'ਚ ਖੁੱਲ੍ਹੇ ਆ ਜਾਂਦੇ ਸੀ, ਸ਼ੇਰ ਬਹੁਤ ਹੁੰਦੇ ਸੀ। ਸ੍ਰੀ ਕਰਤਾਰਪੁਰ ਜਲੰਧਰ ਦੇ ਇਲਾਕੇ ਸ਼ੇਰ ਨਿਕਲਿਆ ਤੇ ਉਹ ਕਹਿੰਦੇ ਮਹਾਰਾਜ ਸਾਡੇ ਡੰਗਰ ਖਾ ਗਿਆ ਮਾਰ ਕੇ। ਨਾਹਿ ਤਾ ਬਨ ਮਹਿ ਘਾਸ ਕਨੇਰੇ। ਮਹਾਰਾਜ ਸਾਡੇ ਇੱਧਰ ਜਲੰਧਰ ਦੇ ਇਲਾਕੇ 'ਚ ਘਾਹ ਪੱਠਾ ਦਾ ਬਹੁਤ ਹੈ ਪਸ਼ੂਆਂ ਦੇ ਚਗਣ ਨੂੰ, ਪਰ ਦਿੱਕਤ ਹੈ ਵੀ ਸ਼ੇਰ ਤੋਂ ਡਰਦੇ ਮਾਰੇ ਹੁਣ ਜਾਨਵਰ ਬਾਹਰ ਨਹੀਂ ਜਾ ਸਕਦੇ। ਅਬ ਡਰ ਜਾਏ ਨਹੀਂ ਕੋ ਨੇਰੇ। ਡਰਦਾ ਮਾਰਾ ਹੁਣ ਘਾਹ ਚੁਗਣ ਕੋਈ ਪਸ਼ੂ ਨਹੀਂ ਜਾਂਦਾ, ਕੋਈ ਲੈ ਕੇ ਵੀ ਨਹੀਂ ਜਾਂਦਾ ਆਪਣੇ ਡੰਗਰ। ਸੁਨ ਸਤ ਗੁਰ ਤਹਿ ਧੀਰਜ ਦੀਨੋ। ਮਹਾਰਾਜ ਲੰਗਰ ਛਕ ਕੇ ਹਟੇ ਹੀ ਸਨ, ਉਸ ਸਿੱਖ ਦੀ ਬੇਨਤੀ ਸੁਣ ਕੇ ਉਹਨੂੰ ਹੌਸਲਾ ਦਿੱਤਾ। ਦਾਸ ਸੰਗ ਐਸੇ ਬਚ ਕੀਨੋ। ਤੇ ਆਪਣੀ ਫੌਜ ਨੂੰ ਕਹਿਣ ਲੱਗੇ ਤੂਰਨ ਆਨ ਤੁਰੰਗ ਹਮਾਰਾ। ਸੇਵਾਦਾਰ ਨੂੰ ਕਹਿੰਦੇ ਵੀ ਸਾਡਾ ਘੋੜਾ ਕੱਸ ਕੇ ਹੁਣੇ ਲਿਆ। ਛੇਵੇਂ ਪਾਤਸ਼ਾਹ ਕਹਿੰਦੇ ਹੁਣੇ ਹੀ ਸਾਡਾ ਘੋੜਾ ਲਿਆ। ਹਾਂਜੀ, ਸੁਨਤ ਹੁਕਮ ਕੋ ਜ਼ੀਨ ਸੁਧਾਰਾ। ਹੁਕਮ ਸੁਣਦਿਆਂ ਸਾਰ ਸੇਵਾਦਾਰ ਨੇ ਮਹਾਰਾਜ ਦਾ ਘੋੜਾ ਕਾਠੀ ਪਾ ਕੇ ਕੱਸ ਦਿੱਤਾ। ਪੈਂਦਾ ਵਿਦਿਆ ਆਦ ਜੈ ਸੂਰ। ਪੈਂਦੇ ਖਾਨ ਭਾਈ ਬਿਧੀ ਚੰਦ ਵਰਗੇ ਸੂਰਮੇ ਤਿਆਰ ਤੁਰਤ ਲਖ ਚੜੇ ਹਜੂਰ। ਮਹਾਰਾਜ ਦੇ ਘੋੜੇ ਦੇ ਨਾਲ ਹੀ ਆਪਣੇ ਘੋੜੇ ਕੱਸ ਕੇ ਫਟਾਫਟ ਪੈਂਦੇ ਖਾਂ ਵੀ ਤਿਆਰ ਹੋ ਗਿਆ ਤੇ ਭਾਈ ਬਿਧੀ ਚੰਦ ਜੀ ਦੇ ਹੋਰ ਸੂਰਮੇ ਤਿਆਰ ਹੋ ਗਏ। ਹੈ ਕੋ ਹੇਰ ਜੋ ਹੋਏ ਹੋ ਤਿਆਰ। ਜਦੋਂ ਮਹਾਰਾਜ ਦਾ ਘੋੜਾ ਤਿਆਰ ਹੁੰਦਾ ਵੇਖਿਆ ਬਾਕੀਆਂ ਨੇ ਵੀ ਆਪਣੇ ਘੋੜੇ ਤਿਆਰ ਕਰ ਲਏ। ਸਤਿਗੁਰ ਭਏ ਤੁਰਤ ਅਸਵਾਰ। ਤੇ ਗੁਰੂ ਸਾਹਿਬ ਦੇਰੀ ਨਹੀਂ ਲਾਈ, ਫਿਰ ਬਿਜਲੀ ਵਾਲਾ ਕੰਮ ਕਰਦੇ, ਫੁਰਤੀ ਇੰਨੀ ਦਿਖਾਈ। ਫੌਜੀ ਟ੍ਰੇਨਿੰਗ ਜਿਹੜੀ ਹੁੰਦੀ ਸਾਧ ਸੰਗਤ ਜੀ ਇਹ ਦਲਾਂ ਪੰਥਾਂ 'ਚ ਅਜੇ ਵੀ ਦਿੱਤੀ ਜਾਂਦੀ ਵੀ ਛੋਟਾ ਮੋਟਾ ਕੰਮ ਹੋਵੇ ਤੇ ਘੰਟਾ ਬੰਦਾ ਤਿਆਰੀ ਕਰਦਾ ਰਹੇ। ਅੱਜ ਕੱਲ੍ਹ ਤੇ ਸਾਡੇ ਕੋਲ ਪੱਗ ਹੀ ਨਹੀਂ ਵੱਜਦੀ, ਦਸਤਾਰ ਹੀ ਨਹੀਂ ਸਜਦੀ ਘੰਟੇ 'ਚ, ਤੇ ਜੰਗੀ ਤਿਆਰੀ ਹੋਵੇ ਤੇ ਫਿਰ ਅੱਖ ਦੇ ਫੁਲਕਾਰੇ 'ਚ ਹੁੰਦੀ ਹੈ ਫਟਾਫਟ। ਮਹਾਰਾਜ ਮਿੰਟ ਲਾਇਆ, ਘੋੜੇ ਦੇ ਤਿਆਰ ਵੀ ਹੋ ਗਏ, ਸਵਾਰ ਵੀ ਹੋ ਗਏ ਉਸੇ ਵੇਲੇ ਹੀ। ਹਾਂਜੀ, ਸੰਗ ਸੁਭਟ 100 ਚੜ ਚਾਲੇ। ਮਹਾਰਾਜ ਦੇ ਸਿੰਘ ਵੀ ਬੜੇ ਫੁਰਤੀਲੇ। ਮਹਾਰਾਜ ਦਾ ਘੋੜਾ ਕਸੀਂਦਾ ਵੇਖਿਆ ਉਹਨਾਂ ਨੇ ਉਸ ਤੋਂ ਪਹਿਲਾਂ ਕੱਸ ਲਏ, ਫਟਾਫਟ ਤਿਆਰ ਬਰ ਤਿਆਰ ਕਮਰ ਕਸੇ ਕੀਤੇ, ਢਾਲਾਂ ਤਲਵਾਰਾਂ ਬਰਛੇ ਬੰਦੂਕਾਂ ਲਈਆਂ। 100 ਦੇ ਨੇੜੇ ਸਿੰਘ ਮਹਾਰਾਜ ਦੇ ਨਾਲ ਘੋੜਿਆਂ ਤੇ ਸਵਾਰ ਹੋ ਵੀ ਗਏ। ਹਾਂਜੀ, ਆਗੇ ਕਰ ਸਿੱਖ ਗਮਨੇ ਨਾਲੇ। ਮਹਾਰਾਜ ਉਸ ਬੰਦੇ ਨੂੰ ਜਿਹੜਾ ਆਇਆ ਸੀ ਦੱਸਣ ਵੀ ਸਾਡੇ ਮਹਾਰਾਜ ਪਿੰਡ 'ਚ ਸ਼ੇਰ ਪੈ ਗਿਆ, ਮੇਰੇ ਡੰਗਰ ਮਾਰ ਗਿਆ, ਉਹਨੂੰ ਅੱਗੇ ਲੈ ਕੇ ਸਤਿਗੁਰੂ ਤੁਰ ਪਏ। ਜਹ ਦੇਖਿਓ ਸੋ ਥਾਨ ਦਿਖਾਵਾ। ਮਹਾਰਾਜ ਕਹਿੰਦੇ ਦੱਸ ਬਈ ਕਿਹੜੇ ਪਾਸੇ ਵੇਖਿਆ ਸ਼ੇਰ? ਜਿਹੜੇ ਪਿੰਡਾਂ 'ਚ ਸ਼ੇਰ ਸੀਗਾ ਉਧਰ ਲੈ ਗਏ। ਹਾਂਜੀ, ਜਾਏ ਪ੍ਰਵੇਸ਼ੇ ਬਨ ਕੇ ਥਾਵਾ। ਮਹਾਰਾਜ ਉਸ ਜੰਗਲ 'ਚ ਜਾ ਵੜੇ ਜਿੱਥੇ ਸ਼ੇਰ ਲੁਕਿਆ ਹੋਇਆ ਸੀ। ਕਾਨਨ ਗਾਡੋ ਬਹੁਤ ਬਿਲੋਕਾ। ਬੜਾ ਸੰਘਣਾ ਜੰਗਲ ਵੇਖਿਆ ਜਾ ਕੇ, ਜਹਾਂ ਗਮਨ ਹੈ ਕੋ ਮਗ ਰੋਕਾ। ਜਿੱਥੇ ਘੋੜੇ ਦਾ ਜਾਣਾ ਵੀ ਔਖਾ ਸੀਗਾ, ਕਈ ਇਹੋ ਜਿਹੀਆਂ ਝਾੜੀਆਂ ਹੁੰਦੀਆਂ, ਘੋੜਾ ਸਾਫ਼ ਥਾਂ ਤੇ ਚੰਗੀ ਦਾ ਚਲੋ ਸਰ। ਜਦੋਂ ਕਿਤੇ ਖੇਤਾਂ 'ਚ ਜਾਂ ਕਿਤੇ ਜੰਗਲ 'ਚ ਕਾਨਿਆਂ ਕੂਨਿਆਂ ਵਿੱਚ ਫਿਰ ਘੋੜੇ ਨੂੰ ਬੜੀ ਔਖਿਆਈ ਹੁੰਦੀ। ਘੋੜੇ ਦੇ ਜਾਣ ਦਾ ਰਸਤਾ ਨਹੀਂ ਜਿੱਥੇ। ਤੇ ਸਿੱਖ ਨੇ ਸੋ ਥਾਨ ਬਤਾਇਓ। ਇਹੋ ਜਿਹਾ ਸੰਘਣਾ ਜੰਗਲ ਸੀਗਾ, ਉੱਥੇ ਸੀ ਸ਼ੇਰ ਲੁਕਿਆ ਹੋਇਆ। ਤੇ ਉਹ ਸਿੱਖ ਨੇ ਆਖਿਆ ਮਹਾਰਾਜ ਇਸ ਪਾਸੇ ਰਹਿੰਦਾ। ਹਾਂਜੀ, ਕੇਹਰ ਤਹਾਂ ਨਦਰ ਨਹਿ ਆਇਓ। ਬੜਾ ਗੁਰੂ ਸਾਹਿਬ ਨੇ ਇੱਧਰੋਂ ਉੱਧਰੋਂ ਝਾੜੀਆਂ 'ਚ ਵੇਖਿਆ, ਪਤਾ ਕੀਤਾ ਸਿੱਖਾਂ ਨੇ, ਉਹ ਸ਼ੇਰ ਨਜ਼ਰ ਨਹੀਂ ਆਇਆ।
ਹਾਂਜੀ। ਗੁਰ ਲਾਗੇ ਤਹ ਕਰਨ ਅਖੇਰੇ। ਮਹਾਰਾਜ ਉੱਥੇ ਸ਼ਿਕਾਰ ਖੇਡਣ ਲੱਗ ਪਏ। ਸੂਕਰ ਸਸੇ ਮ੍ਰਿਗਾਨ ਕਨੇਰੇ। ਮਹਾਰਾਜ ਕਹਿੰਦੇ ਜਿੰਨਾ ਚਿਰ ਸ਼ੇਰ ਨਹੀਂ ਨਿਕਲਦਾ ਆਪਾਂ ਸ਼ਿਕਾਰ ਤਾਂ ਖੇਡੀਏ। ਜੰਗਲੀ ਸੂਰ ਤੇ ਖਰਗੋਸ਼ ਸਸੇ ਬਹੁਤ ਮਾਰ ਲਏ। ਸਭ ਸੋ ਕਹਿਓ ਖੋਜੀ ਹੈ ਸ਼ੇਰ। ਨਾਲ ਕਹਿਤਾ ਵੀ ਸ਼ੇਰ ਨੂੰ ਵੀ ਲੱਭੋ, ਆਪਾਂ ਇੱਥੇ ਹੀ ਉਹਨੂੰ ਅੱਜ ਮਾਰ ਕੇ ਉਹਦਾ ਸ਼ਿਕਾਰ ਕਰਕੇ ਜਾਣਾ। ਇਤ ਉਤ ਫਿਰ ਕਰ ਲੀਜ ਹੈ ਹੇਰ। ਸਿੱਖਾਂ ਨੂੰ ਕਿਹਾ ਵੀ ਇੱਧਰ ਉੱਧਰ ਫਿਰੋ, ਮੀਲ 2 ਮੀਲ ਇੱਧਰ ਨੇੜੇ ਤੇੜੇ ਕਿਤੇ ਛੁਪਿਆ ਹੋਵੇਗਾ। ਆ ਮਿੱਖ ਖਾਏ ਤ੍ਰਿਪਤ ਹੋਏ ਪਰਿਓ। ਕਿਉਂਕਿ ਸ਼ੇਰ ਦੀ ਇੱਕ ਆਦਤ ਹੈ, ਮਾਸ ਖਾ ਕੇ ਨਾ ਰੱਜ ਕੇ ਫਿਰ ਸੌਂ ਜਾਂਦਾ, ਫਿਰ ਪੈ ਜਾਂਦਾ ਠੰਡੀ ਜਿਹੀ ਥਾਂ ਤੇ। ਫਿਰ ਜਦੋਂ ਭੁੱਖ ਲੱਗਦੀ ਹੈ ਉਦੋਂ ਕਿਤੇ ਨਿਕਲਦਾ, ਦੂਜੇ ਚੌਥੇ ਦਿਨ ਖਾ ਵੀ ਰੱਜ ਕੇ ਲੈਂਦਾ ਤੇ ਫਿਰ ਉਹਨੂੰ ਹਜਮ ਕਰਦਾ ਰਹਿੰਦਾ ਅੰਦਰ। ਮਾਰੇ ਕਹਿੰਦੇ ਕਿਤੇ ਰੱਜ ਕੇ ਪਿਆ ਹੋਣਾ। ਨਹਿ ਗਮਨਿਓ ਕਿਤ ਉਦਰ ਜੇ ਭਰਿਓ। ਇਹ ਕਿਤੇ ਹੋਰ ਗਿਆ ਵੀ ਨਹੀਂ ਹੋਣਾ, ਕਿਉਂਕਿ ਇਹਦੀ ਇੱਕ ਸ਼ੇਰ ਦੀ ਇਹ ਵੀ ਆਦਤ ਹੈ, ਢਿੱਡ ਭਰ ਜੇ ਨਾ ਫਿਰ ਨਹੀਂ ਕਿਤੇ ਜਾਂਦਾ। ਬਸ ਖਾ ਪੀ ਲੈ ਹੁਣ ਆਰਾਮ ਨਾਲ, ਡਰਦਾ ਤਾਂ ਹੈ ਨਹੀਂ ਕਿਸੇ ਤੋਂ, ਡਰ ਤਾਂ ਉਹਨੂੰ ਹੁੰਦਾ ਨਹੀਂ ਤੇ ਬੇਫਿਕਰ ਹੁੰਦਾ। ਜਿੱਥੇ ਖਾ ਲਿਆ ਉੱਥੇ ਲਾ ਲਿਆ ਮੋਰਚਾ, ਝਾੜੀ 'ਚ ਪੈ ਗਿਆ ਛਾਵੇਂ, ਕਿਤੇ ਸੁੱਤਾ ਹੋਣਾ। ਸੁਪਤ ਹੋਏ ਕਿਸ ਝਾਰ ਮਝਾਰ। ਮਹਾਰਾਜ ਸਿੱਖਾਂ ਨੂੰ ਕਹਿੰਦੇ ਵੀ ਕਿਸੇ ਝਾੜ 'ਚ ਰੱਜ ਕੇ ਮੀਟ ਖਾ ਕੇ ਮਾਸ ਖਾ ਕੇ ਸੁੱਤਾ ਹੋਵੇਗਾ ਸ਼ੇਰ। ਕਰੋ ਤਫੰਗਨ ਕੋ ਕੜਕਾਰ। ਤੁਸੀਂ ਗੋਲੀਆਂ ਚਲਾਓਗੇ ਨਾ, ਜਦੋਂ ਕੜਕਾਰ ਕਰੋਗੇ ਗੋਲੀ ਚੱਲੇਗੀ, ਉਹ ਉਹਨੂੰ ਜਾਗ ਆਏਗੀ। ਹਾਂਜੀ। ਇਤ ਉਤ ਤੇਗਨ ਤੁਪਕ ਚਲਾਈ। ਸਿੱਖਾਂ ਨੇ ਮਹਾਰਾਜ ਦਾ ਬਚਨ ਮੰਨ ਕੇ ਇੱਧਰੋਂ ਉੱਧਰੋਂ ਗੋਲੀਆਂ ਚਲਾਈਆਂ। ਜਾਗਿਓ ਸ਼ੇਰ ਲੀਨ ਅੰਗਰਾਈ। ਉਹ ਆਵਾਜ਼ ਸੁਣ ਕੇ ਸ਼ੇਰ ਵੀ ਜਾਗ ਪਿਆ, ਉਹਦੀ ਜਾਗ ਖੁੱਲ੍ਹ ਗਈ। ਬੰਦੂਕ ਦੀ ਆਵਾਜ਼ ਬੜੀ ਹੁੰਦੀ ਤੇ ਅੰਗੜਾਈ ਲਈ ਉਹਨੇ। ਇੱਦਾਂ ਅੰਗੜਾ ਕੇ ਜਦੋਂ ਗਰਦਨ ਫੇਰਦਾ ਨਾ, ਭਵਕ ਮਾਰਦਾ, ਆਪਣਾ ਸਰੀਰ ਹੈ ਲੰਮਾ ਕਰਕੇ ਪੂਰੀ ਤਰ੍ਹਾਂ, ਤੇ ਫਿਰ ਅੰਗੜਾਈ ਲੈਂਦਾ। ਹਾਂਜੀ। ਮਹਾ ਕੇਹਰੀ ਭੀਖਨ ਭਾਰਾ। ਬੜਾ ਭਿਆਨਕ ਸ਼ੇਰ ਸੀਗਾ, ਬਹੁਤ ਐਡਾ ਵੱਡਾ ਉਹਦਾ ਚਿਹਰਾ ਤੇ ਪੰਜਾ ਬੜਾ ਤਗੜਾ। ਤੇ ਲਗਭਗ ਇਹ ਸ਼ੇਰ ਆਮ ਤਾਂ ਜਿਹੜੇ ਆਪਾਂ ਵੇਖੇ ਸਾਧ ਸੰਗਤ ਜੀ 6-7 ਫੁੱਟ ਤੇ 14 ਫੁੱਟ ਤੱਕ ਲੰਬਾਈ ਸ਼ੇਰਾਂ ਦੀ ਗਿਣੀ, 14 ਫੁੱਟ ਇੰਨੇ ਲੰਮੇ ਹੋ ਜਾਂਦੇ। ਜਦੋਂ ਇੱਦਾਂ ਮਾਰਦਾ ਹੈ ਨਾ ਤਾਂ ਫਿਰ ਇਹ 14-15 ਫੁੱਟ ਵੀ ਟੱਪ ਜਾਂਦਾ, ਪਿਛਲੇ ਪੈਰ ਤੋਂ ਅਗਲੇ ਪੈਰ ਤੱਕ। ਤੇ ਉਹਦੇ ਸਾਹਮਣੇ ਬੰਦਾ ਤਾਂ ਫਿਰ ਪਚੂੰਗੜਾ ਜਿਹਾ ਲੱਗਦਾ, ਇੱਦਾਂ ਹੁੰਦਾ ਉਹ। ਤੇ ਐਡਾ ਭਿਆਨਕ ਬੱਬਰ ਸ਼ੇਰ ਸੀਗਾ। ਬੜੀ ਬੇਲ ਲਾਂਗੁਲ ਵੱਡ ਧਾਰਾ। ਕਹਿੰਦੇ ਪੂਛ ਬੜੀ ਵੱਡੀ ਸੀ, ਲੱਕ ਦੀ ਬਹੁਤ ਲੰਮੀ ਸੀ, ਸਰੀਰ ਬੜਾ ਤਗੜਾ ਪਲਿਆ ਹੋਇਆ ਸੀ ਸ਼ੇਰ ਦਾ। ਮੁਖ ਪਸਾਰ ਕਰ ਤਬ ਜੰਬਾਇਓ। ਤੇ ਉਹਨੇ ਮੂੰਹ ਪਾੜ ਕੇ ਨਾ, ਮੂੰਹ ਵੀ ਐਡਾ ਵੱਡਾ, ਜਦੋਂ ਪਾੜਦਾ ਐਡਾ ਵੱਡਾ, ਬੰਦੇ ਦਾ ਸਿਰ ਵਿੱਚੇ ਆ ਜਾਂਦਾ ਉਹਦੇ, ਐਡਾ ਮੂੰਹ ਹੁੰਦਾ। ਤੋ ਐਡਾ ਵੱਡਾ ਭਿਆਨਕ ਮੂੰਹ ਪਸਾਰ ਕੇ ਨਾ ਉਹਨੇ ਉਬਾਸੀ ਲਈ। ਗਰਜਿਓ ਭੂਰ ਸਭ ਨੇ ਸੁਣ ਪਾਇਓ। ਤੇ ਫਿਰ ਗਰਜਿਆ, ਬੜੀ ਵੱਡੀ ਦਹਾੜ ਮਾਰੀ ਤੇ ਜੰਗਲ ਸਾਰਾ ਕੰਬਣੇ ਲਾ ਦਿੱਤਾ। ਜਦੋਂ ਜੰਗਲ ਸਿੰਘ ਬੁੱਕੇ, ਭਾਈ ਗੁਰਦਾਸ ਨੇ ਲਿਖਿਆ ਨਾ, ਮਿਰਗਾਵਲੀ ਭੰਨੀ, ਮਿਰਗਾਂ ਦੀਆਂ ਡਾਰਾਂ ਅੱਗੇ ਅੱਗੇ ਭਜਦੀਆਂ ਜਦੋਂ ਬੁੱਕਦਾ। ਜੋ ਗਰਜਿਆ ਸ਼ੇਰ, ਬਿਖਮ ਸਥਾਨ ਝਾਰ ਕੇ ਤਰੇ। ਉਹ ਬੜੀ ਔਖੀ ਥਾਂ ਤੇ ਕੰਡੇ ਵਾਲੀਆਂ ਝਾੜੀਆਂ ਦੇ ਵਿੱਚ ਕਿਤੇ ਲੁੱਕ ਕੇ ਬੈਠਾ ਸੀ ਆਰਾਮ ਨਾਲ। ਹੁਣ ਗਰਜਿਆ ਜ਼ੋਰ ਦੇ ਨਾਲ, ਤਾਹਾਂ ਬਿਲੋਕਿਓ ਭੱਟ ਸੁਧ ਕਰੇ। ਸਿੱਖਾਂ ਨੇ ਵੇਖ ਲਿਆ ਝਾੜੀਆਂ ਦੇ ਵਿੱਚ ਲੁਕਿਆ। ਮਹਾਰਾਜ ਨੂੰ ਖਬਰ ਦਿੱਤੀ ਸਤਿਗੁਰੂ 6ਵੇਂ ਪਾਤਸ਼ਾਹ ਜੀ ਨੂੰ। ਸੁਨ ਗੁਰ ਬਲੀ ਤਾਹਾਂ ਚੱਲ ਗਏ। ਮਹਾਬਲੀ ਸਤਿਗੁਰੂ ਪਾਤਸ਼ਾਹ ਜੀ ਜਿੱਧਰ ਸੁਣਿਆ ਨਾ ਵੀ ਉਹ ਝਾੜੀਆਂ ਵਿੱਚ, ਉਸੇ ਪਾਸੇ ਮੂੰਹ ਕਰ ਲਿਆ। ਕੇਹਰ ਭੀਖਨ ਦੇਖਤ ਭਏ। ਤੇ ਮਹਾਰਾਜ ਨੇ ਜਾ ਕੇ ਉਹ ਭਿਆਨਕ ਸ਼ੇਰ ਵੇਖਿਆ। ਬਿਖਮ ਥਾਨ ਸੋ ਖਰਿਓ ਨਿਹਾਰਿਓ। ਉਹ ਸਾਧ ਸੰਗਤ ਜੀ ਥਾਂ ਇਹੋ ਜਿਹੀ ਤੇ ਸੀਗੇ, ਪੋਜੀਸ਼ਨ ਐਸੀ ਸੀ ਵੀ ਉੱਥੇ ਪਹੁੰਚਣਾ ਔਖਾ ਸੀ। ਆਲੇ ਦੁਆਲੇ ਕੰਡੇ ਝਾੜੀਆਂ, ਖਲੋਣ ਦੀ ਥਾਂ ਨਹੀਂ। ਗੁਰੂ ਸਾਹਿਬ ਨੇ ਵੇਖਿਆ ਵੀ ਇਹਦਾ ਪੈਂਤੜਾ ਕਿਵੇਂ ਲੈਣਾ। ਜਦੋਂ ਕਿਸੇ ਚੀਜ਼ ਦਾ ਸ਼ਿਕਾਰ ਕਰਨਾ, ਉਹਨੇ ਵੀ ਤਾਂ ਵਾਰ ਕਰਨਾ, ਰੋਕਣਾ ਕਿਵੇਂ, ਇਹਨੂੰ ਮਾਰਨਾ ਕਿਵੇਂ, ਉਹ ਸਾਰੀਆਂ ਪੋਜੀਸ਼ਨਾਂ ਮਹਾਰਾਜ ਨੇ ਵੇਖੀਆਂ। ਹੈ ਤੇ ਉਤਰਨ ਹਿਰਦੈ ਵਿਚਾਰਿਓ। ਹੁਣ ਮਹਾਰਾਜ ਨੇ ਸੋਚਿਆ ਵੀ ਹੁਣ ਸਾਨੂੰ ਘੋੜੇ ਤੋਂ ਥੱਲੇ ਉਤਰਨਾ ਪੈਣਾ, ਘੋੜੇ ਉੱਤੇ ਨਹੀਂ ਕਾਬੂ ਆਉਣਾ। ਮਹਾਰਾਜ ਘੋੜੇ ਤੋਂ ਥੱਲੇ ਉਤਰੇ। ਨਹੀਂ ਤੁਰੰਗ ਸੰਗ ਇਸ ਮਾਰੈ। ਘੋੜੇ ਦੇ ਨਾਲ ਇਹਨੂੰ ਮਾਰਨਾ ਨਹੀਂ, ਕਿਉਂਕਿ ਵਾਰ ਵੀ ਨਹੀਂ ਹੋਣਾ ਤੇ ਇਹਦਾ ਵਾਰ ਰੋਕਿਆ ਵੀ ਨਹੀਂ ਜਾਣਾ। ਉਹ ਸਤਿਗੁਰੂ ਜੀ ਫਿਰ ਘੋੜੇ ਤੋਂ ਥੱਲੇ ਉਤਰੇ।
ਖੜਗ ਸਿਪਰ ਗਹਿ ਸਮੁਖ ਸੰਘਾਰੈ। ਮਹਾਰਾਜ ਨੇ ਮਨ 'ਚ ਫੈਸਲਾ ਕੀਤਾ ਵੀ ਇਹਨੂੰ ਗੋਲੀ ਵੀ ਨਹੀਂ ਮਾਰਨੀ, ਇਹਨੂੰ ਢਾਲ ਤਲਵਾਰ ਨਾਲ ਹੀ ਝਟਕਾਂਗੇ। ਨਹੀਂ ਤੁਰੰਗ ਚ ਲਾਵਨ ਥਾਨ। ਘੋੜਾ ਤੁਰਨ ਦੀ ਥਾਂ ਵੀ ਨਹੀਂ, ਘੋੜੇ ਦੇ ਪੈਰ ਇੱਧਰ ਕਰੀਏ ਤਾਂ ਵੀ ਝਾੜੀਆਂ, ਇੱਧਰ ਕਰੇ ਤਾਂ ਵੀ ਝਾੜੀਆਂ। ਜੇ ਮੈਦਾਨ ਹੁੰਦਾ ਨਾ ਘੋੜਾ ਪੈਂਤੜਾ ਲੈ ਲੈਂਦਾ, ਤੇ ਜੇ ਘੋੜੇ ਕੋਲ ਅੱਗੇ ਪਿੱਛੇ ਹੋਣ ਨੂੰ ਥਾਂ ਹੀ ਕੋਈ ਨਹੀਂ, ਘੋੜਾ ਕਿਵੇਂ ਪੈਂਤੜਾ ਲਵੇਗਾ। ਕੰਟਕ ਜੁਤ ਤਰ ਖਰੇ ਮਹਾਨ। ਆਲੇ ਦੁਆਲੇ ਕੰਡਿਆਂ ਵਾਲੀਆਂ ਝਾੜੀਆਂ ਸਨ, ਉਹ ਘੋੜੇ ਨੂੰ ਕੰਡੇ ਲੱਗਦੇ ਆ, ਪਸ਼ੂ ਨੂੰ ਤਕਲੀਫ ਹੁੰਦੀ ਹੈ, ਉਹ ਅੱਗੇ ਪਿੱਛੇ ਹੋ ਨਹੀਂ ਸਕਦਾ। ਇਹ ਸਾਰੀਆਂ ਗੱਲਾਂ ਮਹਾਰਾਜ ਵਿਚਾਰਦੇ ਛੇਵੇਂ ਪਾਤਸ਼ਾਹ। ਦੀਰਘ ਦਾੜੈ ਦਾਰਨ ਤੁੰਡ। ਤੇ ਸਾਧ ਸੰਗਤ ਜੀ ਐਡਾ ਵੱਡਾ ਬੜਾ ਭਿਆਨਕ ਉਹਦਾ ਮੂੰਹ, ਤੇ ਵੱਡੀਆਂ ਵੱਡੀਆਂ ਦਾੜਾਂ ਦੂਰੋਂ ਦਿਸਦੀਆਂ ਜਦੋਂ ਜੰਬਾਈ ਲੈਂਦਾ ਹੈ। ਪੱਗ ਕੇ ਨਖ ਤੀਖੇ ਸੋ ਪ੍ਰਚੰਡ। ਤੇ ਅਗਲੇ ਪੰਜਿਆਂ ਦੇ ਨੋਹ ਜਿਹੜੇ ਨੇ ਬੜੇ ਤਿੱਖੇ ਬੜੇ ਭਿਆਨਕ ਹੁੰਦੇ ਆ। ਜਦੋਂ ਇਦਾਂ ਮਾਰਦਾ ਨਾ ਕਿਸੇ ਚੀਜ਼ ਨੂੰ, ਤੇ ਇੰਨੇ ਨੇ ਨੋਹ ਜਿਹੜੇ ਅੰਦਰ ਖੁੱਭ ਜਾਂਦੇ ਆ, ਤੇ ਪੱਟ ਕੇ ਲੈ ਆਉਂਦਾ ਤੇ ਬੰਦੇ ਦਾ ਇੱਥੇ ਮਾਰਦਾ। ਆ ਪੁੜਪੜੀਆਂ ਦੇ ਵਿੱਚ ਇੱਕਦਮ ਇੰਨੇ ਨੇ ਨੋਹ ਖੁਭੋ ਦੇਣੇ, ਪਾੜ ਉਸੇ ਵੇਲੇ ਬੰਦਾ ਖਤਮ ਹੋ ਜਾਂਦਾ। ਤੇ ਦੂਜਾ ਚੁਸਕਾ ਇੱਥੋਂ ਖੂਨ ਦਾ ਮਾਰਦਾ, ਸਾਰਾ ਅੰਦਰਲਾ ਮਾਰ ਇੱਕਦਮ ਹੀ ਖਿੱਚ ਕੇ ਤੇ ਬੰਦੇ ਨੂੰ ਉੱਥੇ ਖਤਮ ਕਰ ਦਿੰਦਾ। ਐਸਾ ਭਿਆਨਕ ਬੱਬਰ ਸ਼ੇਰ ਹੈ। ਭੀਖਨ ਸਦਾ ਉਠਾਏ ਟੌਰ। ਔਰ ਆਪਣੀ ਜਿਹੜੀ ਪੂਛ ਉਹ ਉੱਪਰ ਖੜੀ ਕੀਤੀ ਉਹਨੇ, ਤੇ ਪੂਛ ਹਿਲਾਈ ਹੈ। ਹਾਂਜੀ, ਦੇਤ ਤਰਾਸ ਜਨ ਭਖੀਅਤ ਦੌਰ। ਤੇ ਆਡੇ ਐਡੀ ਕੇਸ ਉਹਦੇ ਦਾੜੀ ਕੇਸ ਜਿਹੜੇ ਨੇ ਬੜੇ ਵੱਡੇ ਹੁੰਦੇ ਸ਼ੇਰ ਦੇ, ਉੱਪਰ ਵੀ ਸਿਰ ਤੋਂ ਲੈ ਕੇ ਇਦਾਂ ਦਾੜਾ ਸਾਰਾ ਬੜਾ ਭਿਆਨਕ ਹੁੰਦਾ। ਉਹਦੇ ਨਾਲ ਜਦੋਂ ਉਹਨੇ ਇਦਾਂ ਕੀਤਾ, ਦਿਖਾਇਆ ਆਪਣਾ ਜਲਵਾ, ਬੜੇ ਪਖਾਰ ਗਾਤ ਪਰ ਪਰੇ। ਕਹਿੰਦੇ ਉਹਦੇ ਸਰੀਰ ਦੇ ਉੱਤੇ ਬੜੀਆਂ ਚਿੱਤਰ ਲੰਮੀਆਂ ਲੰਮੀਆਂ ਧਾਰੀਆਂ ਪਈਆਂ ਹਨ। ਮਨ ਹੋ ਗਿਰ ਪਰ ਇਹ ਸਮਸਰੇ। ਏਦਾਂ ਲੱਗਦਾ ਜਿਵੇਂ ਪਹਾੜ ਤੇ ਸੱਪ ਫਿਰਦੇ ਹੋਣ। ਜਿਵੇਂ ਪਹਾੜ ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਵੀ ਉਪਮਾ ਦੇਣ ਲੱਗੇ, ਪਤਾ ਨਹੀਂ ਕਿੱਥੋਂ ਉਪਮਾ ਲੈ ਆਉਂਦੇ ਲੱਭ ਕੇ। ਕਹਿੰਦੇ ਜਿਵੇਂ ਪਹਾੜ ਤੇ ਇੱਧਰ ਉੱਧਰ ਸੱਪ ਨਹੀਂ ਫਿਰਦੇ, ਕਹਿੰਦੇ ਇਉਂ ਉਹਦੇ ਸ਼ੇਰ ਦਾ ਪਹਾੜ ਵਰਗਾ ਸਰੀਰ ਹੈ, ਤੇ ਉਹਦੇ ਉੱਤੇ ਕਾਲੀਆਂ ਕਾਲੀਆਂ ਧਾਰੀਆਂ ਮਾਨੋ ਸੱਪ ਫਿਰਦੇ ਹੋਣ। ਹਾਂਜੀ, ਸ਼ਰੋਣਤ ਰੰਗੀ ਆਂਖ ਮਨੋ ਹੈ। ਤੇ ਅੱਖਾਂ ਉਹਦੀਆਂ ਖੂਨ ਨਾਲ ਲਾਲ ਨੇ, ਉਹਦੀਆਂ ਅੱਖਾਂ 'ਚ ਲਹੂ ਉਤਰਿਆ ਹੋਇਆ। ਹਾਂਜੀ, ਉਧਰ ਬਿਸਤ ਜਿਹੇ ਮ੍ਰਿਦਲ ਘਨੋ ਹੈ। ਸਾਰਾ ਉਹਦਾ ਅਗਲਾ ਪਾਸਾ ਮਜ਼ਬੂਤ ਹੈ, ਪੇਟ ਲੱਕ ਪਤਲੀ ਹੈ, ਤੇ ਚਿੱਟੇ ਰੰਗ ਦਾ ਹੀ ਉਹਦੀ ਆਭਾ ਹੈ, ਚਿੱਟਾ ਸ਼ੇਰ ਹੈ। ਹਾਂਜੀ, ਗੁਰੂ ਉਤਰ ਆ ਗਿਆ ਹੋਏ ਖਰੇ। ਮਹਾਰਾਜ ਘੋੜੇ ਤੋਂ ਉਤਰ ਪਏ ਛੇਵੇਂ ਪਾਤਸ਼ਾਹ, ਤੇ ਉਹਦੇ ਸਾਹਮਣੇ ਜਾ ਖਲੋਤੇ ਹਨ। ਸਿਪਰ ਬਾਮ ਕਰ ਦਿੜ ਤਬ ਧਰੇ। ਖੱਬੇ ਹੱਥ ਵਿੱਚ ਢਾਲ ਹੈ, ਜਿਹਦਾ 25 ਸੇਰ ਫੁੱਲਾਂ ਦਾ ਹੀ ਭਾਰ ਹੈ। ਇਹੋ ਜਿਹੀ ਢਾਲ ਸੀ, ਜਿਹੜੇ ਫੁੱਲ ਨਹੀਂ ਹੁੰਦੇ ਢਾਲ ਦੇ ਉੱਤੇ, ਕਿਤੇ ਕਈਆਂ ਦੇ 4 ਹੁੰਦੇ, ਕਈਆਂ ਦੇ 5 ਹੁੰਦੇ। ਉਹ 25 ਸੇਰ ਤੇ ਉਹਨਾਂ ਦੇ ਫੁੱਲਾਂ ਦਾ ਭਾਰ ਸੀਗਾ। ਐਡੀ ਜੰਗੀ ਢਾਲ ਸੀ ਮਹਾਰਾਜ ਕੋਲ। ਤੇ ਸੱਜੇ ਹੱਥ ਵਿੱਚ ਤਲਵਾਰ ਲੈ ਲਈ ਹੈ। ਲਲਕਾਰਿਓ ਗੀਦੀ ਕਿਉਂ ਖਰਿਓ। ਤੇ ਮਹਾਰਾਜ ਬੱਬਰ ਸ਼ੇਰ ਤਰ੍ਹਾਂ ਹੀ ਫਿਰ ਗਰਜ ਕੇ ਕਹਿਣ ਲੱਗੇ, ਓ ਗੀਦੀ ਬਾਹਰ ਨਿਕਲ, ਕਹਿੰਦੇ ਕਿਵੇਂ ਖੜਾ, ਕਰ ਹਮਲਾ ਸਾਡੇ ਉੱਤੇ। ਹਾਂਜੀ, ਕਹਿ ਇਮ ਪਾਏ ਰੋਪ ਬੋ ਕਰਿਓ। ਏਦਾਂ ਕਹਿ ਕੇ ਮਹਾਰਾਜ ਨੇ ਆਪਣਾ ਸਰੀਰ ਪੈਂਤੜੇ ਤੇ ਕਰ ਲਿਆ, ਜਿਵੇਂ ਖੱਬਾ ਪੈਰ ਅੱਗੇ ਕਰ ਲਿਆ, ਸੱਜਾ ਪੈਰ ਪਿੱਛੇ ਕਰ ਲਿਆ, ਢਾਲ ਨੂੰ ਅੱਗੇ ਕਰ ਲਿਆ। ਸੁਨਿਤ ਨਿਕਟ ਪਿਖ ਵੱਡ ਪਵਕਾਰਿਓ। ਜਦੋਂ ਮਹਾਰਾਜ ਦੀ ਗਰਜਨਾ ਸੁਣੀ, ਤੇ ਫਿਰ ਬੱਬਰ ਸ਼ੇਰ ਬੜੀ ਭਿਆਨਕ ਆਵਾਜ਼ 'ਚ ਗਰਜਿਆ। ਖਰੇ ਜੋ ਭੱਟ ਹੈ ਗਨ ਡਰ ਧਾਰਿਓ। ਜਿੰਨੇ ਵੀ ਸਿੱਖਾਂ ਦੇ ਘੋੜੇ ਸੀ ਨਾ ਸਾਧ ਸੰਗਤ ਜੀ, ਉਹਨਾਂ ਦੇ ਡਰ ਦੇ ਨਾਲ ਨਾ ਉੱਥੇ ਹੀ ਲਦੈੜਾ ਤੇ ਗੜ ਹੋ ਗਿਆ। ਇੰਨਾ ਉਹਦਾ ਪਹਿਰਾ ਹੋਇਆ, ਇੰਨਾ ਜ਼ਿਆਦਾ ਅਸਰ ਪਿਆ। ਪਸ਼ੂ ਡਰ ਜਾਂਦੇ ਨਾ, ਸਾਰੇ ਡਰ ਗਏ। ਹਾਂਜੀ, ਭਾਜੇ ਆਪ ਕੋ ਗਏ। ਘੋੜੇ ਅਗਾ ਪਿਛਾਂ ਦੌੜਨ ਲੱਗ ਪਏ, ਪਿਛਾਂ ਹਟ ਗਏ। ਮੂਤਰ ਪੁਰੀਖ ਤਜਤ ਕੋ ਭਏ। ਵਿੱਚ ਹੀ ਸ਼ਰਲਾ ਛੁੱਟ ਗਿਆ, ਵਿੱਚ ਹੀ ਲਦੈੜਾ ਉਹ ਹੋ ਗਿਆ ਹਾਲ ਘੋੜਿਆਂ ਦਾ। ਇੱਕ ਹੈ ਬਾਹਰ ਫਾਂਦ ਕਰ ਆਇਓ। ਤੇ ਇਧਰੋਂ ਗਰਜ ਕੇ ਆਇਆ, ਫਿਰ ਇੱਕੋ ਵਾਰ ਬਿਜਲੀ ਦੀ ਸਪੀਡ ਦੇ ਨਾਲ, ਬਿਜਲੀ ਦਾ ਜਿਵੇਂ ਬਟਨ ਦੱਬੀ ਨਾ ਇੱਥੇ, ਤੇ ਉੱਥੇ ਜਾ ਕੇ ਬਲਬ 1 ਮਿੰਟ ਜਗ ਜਾਂਦਾ। ਇੰਨਾ ਕੁ ਟਾਈਮ ਲਾਂਦਾ ਸ਼ੇਰ ਛਾਲ ਮਾਰਦਾ ਜਦੋਂ।
ਹਾਂਜੀ, ਤੁੰਡ ਪ੍ਰਚੰਡ ਪਸਾਰਤ ਧਾਇਓ। ਐਡਾ ਵੱਡਾ ਮੂੰਹ ਪਾੜ ਕੇ ਆਇਆ ਜਿਵੇਂ ਖਾ ਜਾਵਾਂਗਾ ਮੈਂ ਗੁਰੂ ਸਾਹਿਬ ਨੂੰ। ਹਾਂਜੀ, ਦੂਰ ਦੂਰ ਥਿਰ ਪਿਖੈ ਤਮਾਸ਼ਾ। ਸਿੱਖ ਦੂਰ ਦੂਰ ਖੜੇ ਤਮਾਸ਼ਾ ਦੇਖ ਰਹੇ ਜੰਗ ਦਾ। ਹਾਂਜੀ, ਕੇਚਿਤ ਬਾਜ ਹੋਤ ਹੈ ਪਾਸਾ। ਤੇ ਘੋੜੇ ਜਿਹੜੇ ਪਿਛਾਂ ਪਿਛਾਂ ਹਟੀ ਜਾਂਦੇ, ਘੋੜੇ ਡਰ ਗਏ ਨੇ ਗਰਜਨਾ ਸੁਣ ਕੇ। ਨਿਜ ਬਲ ਅਖਿਲ ਕਰੇ ਮੁਖ ਬਾਏ। ਤੇ ਉਹ ਸ਼ੇਰ ਆਪਣਾ ਪੂਰਾ ਬਲ ਲਾ ਕੇ ਮੂੰਹ ਪਾੜ ਕੇ ਚਰਨ ਸਨਖ ਜੁਗ ਉਰਦ ਉਠਾਏ। ਆ ਦੋਵੇਂ ਅਗਲੇ ਹੱਥ ਉਹ ਚੁੱਕ ਕੇ ਉਪਰ ਪਰਿਓ ਆਨ ਕਰ ਐਸੇ। ਅਗਲੇ ਪੰਜੇ ਚੁੱਕ ਕੇ ਮਹਾਰਾਜ ਦੇ ਉੱਤੇ ਐਂ ਆ ਕੇ ਪੈ ਗਿਆ। ਤਰੈ ਦਬਾਏ ਉਠੈ ਨਹਿ ਜੈਸੇ। ਉਹਨੇ ਇੰਨਾ ਉੱਤੋਂ ਜ਼ੋਰ ਪਾਇਆ ਵੀ ਮੈਂ ਥੱਲੇ ਦਬਾ ਲਾਂਗਾ ਤੇ ਉੱਠਣ ਨਹੀਂ ਦਿਆਂ। ਆਮ ਬੰਦਾ ਤਾਂ ਕਿੱਥੇ ਖੜੇਗਾ। ਚੰਗੇ ਚੰਗੇ ਬੰਦੇ ਕਹਿੰਦੇ ਕਹਾਂਦੇ ਭਲਵਾਨਾਂ ਨੂੰ ਚਪੇੜ ਮਾਰ ਦਵੇ, ਸ਼ੇਰ ਉੱਠਣ ਥੋੜਾ ਦਿੰਦਾ। ਪੂਰੇ ਬਲ ਦੇ ਨਾਲ ਆਇਆ ਫਿਰ। ਹਾਂਜੀ, ਸਿਰ ਉਪਰ ਜਬ ਆਵਨ ਲਾਗਾ। ਜਦੋਂ ਮਹਾਰਾਜ ਦੇ ਉਹ ਸਿਰ ਦੇ ਉੱਤੇ ਆਉਣ ਲੱਗਾ ਸ਼ੇਰ, ਆੜ ਸਿਪਰ ਕੋ ਰੋਕਸ ਆਗਾ। ਮਹਾਰਾਜ ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਢਾਲ ਦੇ ਨਾਲ ਉਹਦਾ ਪੰਜਾ, ਦੋਵੇਂ ਹੀ ਪੰਜੇ ਢਾਲ ਦੇ ਉੱਤੇ, ਉਹਦਾ ਚਿਹਰਾ ਢਾਲ ਦੇ ਉੱਤੇ ਰੋਕ ਲਿਆ। ਰਹਿਓ ਓਜ ਕਰ ਅਗਰ ਨਾ ਆਵਾ। ਕਹਿੰਦੇ ਉਹਨੇ ਪੂਰਾ ਜ਼ੋਰ ਮਾਰਿਆ ਤੇ ਮਹਾਰਾਜ ਬਾਂਹ ਦੇ ਨਾਲ ਉੱਥੇ ਹੀ ਜਾਮ ਕਰ ਦਿੱਤਾ। ਉਹ ਸ਼ੇਰ ਦਾ ਤਾਂ ਵੈਸੇ ਉੱਦਾਂ ਦਬਕਾ ਹੀ ਬੜਾ ਹੁੰਦਾ ਜੋ, ਪਰ ਜਦੋਂ ਉਹਦੇ ਸਾਹਮਣੇ ਤਾਕਤ ਬੰਦੇ ਦੀ ਕੀ ਕਰ ਸਕਦੀ ਹੈ, ਬੰਦਾ ਕਿੰਨਾ ਕੁ ਉਹਦੇ ਨਾਲ ਲੜ ਸਕਦਾ। ਪਰ ਗੁਰੂ ਹਰਗੋਬਿੰਦ ਸਾਹਿਬ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਕਿੰਨੀ ਕੁ ਤਾਕਤ ਦੇ ਮਾਲਕ ਸਨ। ਸ਼ੇਰ ਜ਼ੋਰ ਲਾ ਰਿਹਾ, 1 ਇੰਚ ਵੀ ਅੱਗੇ ਨਹੀਂ ਜਾਣ ਦਿੱਤਾ ਮਹਾਰਾਜ ਨੇ। ਢਾਲ ਝੰਜੋਰਨ ਬਦਨ ਚਲਾਵਾ। ਮਹਾਰਾਜ ਨੇ ਢਾਲ ਦੇ ਨਾਲ ਹੀ ਉਹਦਾ ਚਿਹਰਾ ਜਿਹੜਾ ਸੀ ਨਾ, ਉਹਦਾ ਜਿੰਨਾ ਜ਼ੋਰ ਸੀ ਉਹਨੂੰ ਝੰਜੋੜ ਕੇ ਰੱਖ ਦਿੱਤਾ। ਤੇ ਛਿਨ ਗੁਰ ਸ਼ਮਸ਼ੇਰ ਨਿਕਾਸੀ। ਇਧਰੋਂ ਮਹਾਰਾਜ ਨੇ ਮਿਆਨ ਚੋਂ ਤੇਗ ਕੱਢ ਲਈ। ਤੀਖਨ ਭੀਖਨ ਚਲ ਚਪਲਾਸੀ। ਬਿਜਲੀ ਵਰਗੀ ਤਿੱਖੀ ਭਿਆਨਕ ਤੇਗ ਮਹਾਰਾਜ ਦੀ। ਰੁਪਿਓ ਪਾਏ ਡਿੜ ਥੰਬ ਸਮਾਨਾ। ਮਹਾਰਾਜ ਇਉਂ ਖੜੇ ਸੀ ਜਿਵੇਂ ਥੰਮ ਖੜਾ। ਆਪਣਾ ਨਾਂ ਦਾ ਮਹਾਰਾਜ ਨੇ ਚਰਨੋਂ ਖੱਬਾ ਅੱਗੇ ਕੀਤਾ, ਉਹ ਪਿੱਛੇ ਨਹੀਂ ਕੀਤਾ, ਫਿਰ ਉੱਥੇ ਹੀ ਖੜਾ ਸੀ। ਤੇ ਇੱਦਾਂ ਢਾਲ ਦੇ ਉੱਤੇ, ਨਹੀਂ ਤਾਂ ਧੱਕਾ ਮਾਰ ਕੇ ਸ਼ੇਰ ਪਤਾ ਨਹੀਂ ਕਿੱਥੇ ਸੁੱਟ ਦਿੰਦਾ। ਗੁਰੂ ਸਾਹਿਬ ਨੂੰ ਇੰਨਾ ਵੀ ਅੱਗੇ ਪਿੱਛੇ ਨਹੀਂ ਕਰ ਸਕਿਆ। ਨਹੀਂ ਥਾਨ ਤੇ ਚਲੇ ਸੁਜਾਨਾ। ਤੇ ਮਹਾਰਾਜ ਉਸ ਜਗ੍ਹਾ ਤੋਂ ਪਿੱਛੇ 1 ਇੰਚ ਵੀ ਪਿੱਛੇ ਨਹੀਂ ਹੋਏ। ਕੋਪ ਗੁਰੂ ਕੇ ਮੁਖ ਪਰ ਛਾਇਓ। ਹੁਣ ਮਹਾਰਾਜ ਵੀਰ ਰਸ ਵਿੱਚ ਆ ਗਏ, ਪੂਰੇ ਜੋਸ਼ ਵਿੱਚ ਆ ਗਏ। ਪ੍ਰਗਟੀ ਨਚਤ ਲਾਲ ਹੋਏ ਆਇਓ। ਤੇ ਆ ਭਰਵੱਟੇ ਮਹਾਰਾਜ ਦੇ ਚੜ ਗਏ ਤੇ ਨੇਤਰ ਲਾਲ ਸੁਰਖ ਹੋ ਗਏ ਛੇਵੇਂ ਪਾਤਸ਼ਾਹ ਦੇ। ਫਰਕਤ ਅਦਰ ਅਰਨ ਦ੍ਰਿਗ ਭਏ। ਤੇ ਮਹਾਰਾਜ ਦੇ ਬੁੱਲ ਫਰਕੇ ਤੇ ਮਹਾਰਾਜ ਪੂਰੇ ਜ਼ੋਰ ਦੇ ਨਾਲ ਸਿਬਰਤ ਘੇਲਾ ਪੂਰਬ ਦਏ। ਪਹਿਲਾਂ ਢਾਲ ਨਾਲ ਉਹਨੂੰ ਧੱਕਾ ਦਿੱਤਾ ਪੂਰਾ। ਹਾਂਜੀ, ਜੁਗ ਪਗ ਮੁਖ ਢਾਲੇ ਪਰ ਤੀਨ। ਕਿਉਂਕਿ ਉਹਦੇ ਦੋਵੇਂ ਪੈਰ ਤੇ ਉਹਦਾ ਮੂੰਹ ਢਾਲ ਦੇ ਉੱਤੇ ਸੀ, ਉਹਦਾ ਸਾਰਾ ਜ਼ੋਰ ਉੱਥੇ ਲੱਗ ਗਿਆ ਸੀਗਾ। ਹਾਂਜੀ, ਹਟ ਪੀਛੇ ਤਨ ਊਚੋ ਕੀਨ। ਤੇ ਜਦੋਂ ਪਿੱਛੇ ਹੋ ਕੇ ਉੱਚਾ ਹੋਣ ਲੱਗਾ, ਦਾਹਨ ਕਰ ਕੋ ਬਲ ਕਰ ਸਾਰਾ। ਮਹਾਰਾਜ ਨੇ ਸੱਜੇ ਹੱਥ ਦਾ ਵਾਰ ਭਰ ਕੇ ਮਾਰਿਆ। ਖੜਗ ਪੁਲਾਦੀ ਗੁਰੂ ਪ੍ਰਹਾਰਾ। ਫੌਲਾਦ ਦੀ ਤੇਗ ਸੀ ਮਹਾਰਾਜ ਦੇ ਕੋਲ, ਸਰੋਈ ਫੌਲਾਦ ਦੀ ਤੇਗ ਇਹੋ ਜਿਹੀ ਤਿੱਖੀ ਵੀ ਉੱਤੇ ਤਾਂ ਕੀੜੀ ਵੀ ਨਹੀਂ ਤੁਰ ਸਕਦੀ। ਮਹਾਰਾਜ ਨੇ ਭਰਵਾਂ ਵਾਰ ਛੰਡ ਕੇ ਮਾਰਿਆ। ਕੱਟ ਤੇ ਕੱਟ ਕਰ ਦੋ ਦਰ ਭਰਿਓ। ਆ ਜਿਹੜੀ ਲੱਕ ਵਾਲੀ ਥਾਂ, ਪਿਛਲੀਆਂ ਲੱਤਾਂ ਤੋਂ ਅਗਲਾ ਹਿੱਸਾ, ਮਹਾਰਾਜ ਨੇ ਪੇਟ ਦੇ ਕੋਲੋਂ ਦੀ ਤਲਵਾਰ ਪਾਰ ਲੰਘਾ ਦਿੱਤੀ। ਥੱਲੇ ਵਾਲਾ ਹਿੱਸਾ ਵੱਖਰਾ ਕਰਤਾ, ਉੱਪਰਲਾ ਵੱਖਰਾ ਕਰ ਦਿੱਤਾ। ਹਾਂਜੀ, ਸਤਿ ਸ੍ਰੀ ਅਕਾਲ। ਰਾ ਚੋਲ ਧਰਨੀ ਮਹਿ ਬਰਿਓ। ਕਹਿੰਦੇ ਤਲਵਾਰ ਜਾ ਕੇ ਧਰਤੀ 'ਚ ਧੱਸ ਗਈ ਜਦੋਂ ਇੰਨੇ ਜ਼ੋਰ ਨਾਲ ਮਾਰੀ ਸਤਿਗੁਰਾਂ ਨੇ। ਗੇਰ ਸ਼ੇਰ ਸ਼ਮਸ਼ੇਰ ਨਿਕਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਜਦੋਂ ਥੱਲੇ ਸੁੱਟ ਦਿੱਤਾ, ਉੱਪਰਲਾ ਹਿੱਸਾ ਥੱਲੇ ਵਾਲਾ ਤੇ ਥੱਲੇ ਰਹਿ ਹੀ ਗਿਆ ਸੀਗਾ। ਤਲਵਾਰ ਧਰਤੀ ਚੋਂ ਇਦਾਂ ਖਿੱਚ ਲਈ। ਰਿਸ਼ਤੇ ਬਹੁ ਬਲ ਸੰਗ ਪ੍ਰਹਾਰੀ। ਬੜੇ ਬਲ ਨਾਲ ਮਾਰੀ ਤੇਗ। ਵਿਖ ਸਿੱਖਨ ਮਨ ਮਾਨ ਅਚੰਬਾ। ਸਿੱਖ ਅਚੰਭੇ ਰਹਿ ਗਏ, ਹੈਰਾਨ ਰਹਿ ਗਏ ਵੀ ਐਡਾ ਭਰਵਾਂ ਵਾਰ ਕਰਕੇ ਲੱਕ ਤੋਂ 2 ਚੀਜ਼ ਕਰ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕੋਈ ਸੌਖਾ ਕੰਮ ਨਹੀਂ ਹੈ। ਸਾਧ ਸੰਗਤ ਜੀ ਜਿਹੜੇ ਚੰਗੇ ਕਹਿੰਦੇ ਕਹਾਉਂਦੇ ਆ ਨਾ, ਉਹਨਾਂ ਕੋਲੋਂ ਵੀ ਇਹ ਕੰਮ ਨਹੀਂ ਹੋ ਸਕਦਾ।
ਗੁਰੂ ਸਾਹਿਬ ਮਹਾਰਾਜ ਨੇ ਇੱਕੋ ਵਾਰ ਦੇ ਨਾਲ ਹਾਂਜੀ ਕਟਿਓ ਬਿਟਪ ਜਿਮ ਕਾਟੈ ਰੰਬਾ। ਕਹਿੰਦੇ ਜਿਵੇਂ ਕੋਈ ਕੇਲੇ ਦਾ ਰੁੱਖ ਕੱਟ ਦਿੱਤਾ ਹੋਵੇ ਇਉਂ ਕੱਟ ਸੁੱਟਿਆ। ਹਾਂਜੀ ਗੁਰ ਕਰ ਤੇ ਮਰ ਸੁਰਗ ਪਧਾਰਾ। ਗੁਰੂ ਸਾਹਿਬ ਦੇ ਹੱਥੋਂ ਮਰ ਕੇ ਇਹ ਸ਼ੇਰ ਸਵਰਗਾਂ ਨੂੰ ਚਲਾ ਗਿਆ ਹੈ ਪਰ ਆਪ ਭਏ ਅਸਵਾਰਾ। ਆਪ ਬਾਦਸ਼ਾਹ ਘੋੜੇ ਤੇ ਸਵਾਰ ਹੋਏ ਨੇ ਅਪਰ ਅਖੇਰ ਹੇਰ ਬਨ ਕਰੇ। ਤੇ ਹੋਰ ਸ਼ਿਕਾਰ ਖੇਡ ਕੇ ਜੰਗਲ ਦੇ ਵਿੱਚ ਸਿਮਰਤ ਕੌਲਾਂ ਲੱਖ ਕਰ ਮੁਰੇ। ਮਾਤਾ ਕੌਲਾਂ ਨੂੰ ਯਾਦ ਕਰ ਰਹੀ ਹੈ, ਉਹਦਾ ਅੰਤ ਸਮਾਂ ਨੇੜੇ ਆਇਆ। ਇਹ ਜਾਣ ਕੇ ਪਾਤਸ਼ਾਹ ਵਾਪਸ ਮੁੜੇ ਨੇ। ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ। ਏ ਸਮਰਾਥੇ ਗਮ ਪੂਰਨ ਮੋਏ ਮਾਇਆ ਧਾਰ। ਅਨਕੂਪ ਮਹਾ ਪਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।